बिस्मिल्लाहिर्रहमानिर्रहीम। चौपाल प्रोग्राम लैके डॉक्टर एहसानुल्लाह ताहिर हाजिर है तो इस्लाम आखदा है। बेलियो ਅਸੀਂ ਅੱਜ ਗੱਲ ਕਰਾਂਗੇ ਪੰਜਾਬੀ ਕਹਾਣੀ ਦੇ ਹਵਾਲੇ ਦੇ ਨਾਲ। ਪੰਜਾਬੀ ਕਹਾਣੀ ਦੀ ਟੋਰ, ਪੰਜਾਬੀ ਕਹਾਣੀ ਦਾ ਇਰਤਕਾ, ਕਹਾਣੀ 1947 ਤੋਂ ਲੈ ਕੇ ਹੁਣ ਤੱਕ ਸਫ਼ਰ ਕਰਦੀ ਹੋਈ 17 ਸਾਲਾਂ ਦੇ ਸਫ਼ਰ ਨੂੰ ਕਿਸ ਤਰ੍ਹਾਂ ਜਿਹੜਾ ਉਹ ਅਸੀਂ ਉਹਨੂੰ ਤੁਹਾਡੇ ਅੱਗੇ ਬਿਆਨ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਜਨਾਬ ਡਾਕਟਰ ਕਰਾਮਤ ਅਲੀ ਮੁਗਲ। ਡਾਕਟਰ ਕਰਾਮਤ ਮੁਗਲ ਹੋਣਾ ਦਾ ਤਲਕ ਲਾਹੌਰ ਨਾਲ ਹੈ ਔਰ ਲਾਹੌਰ ਵਿੱਚ ਪੰਜਾਬੀ ਦੇ ਪ੍ਰੋਫੈਸਰ ਨੇ। ਉਹਨਾਂ ਨੇ ਹਜੇ ਤੱਕ ਪੰਜਾਬੀ ਕਹਾਣੀ ਨੂੰ 5-6 ਕਿਤਾਬਾਂ ਦਿੱਤੀਆਂ ਨੇ। ਪਹਿਲੀ ਕਿਤਾਬ ਸੀ ਉਹਨਾਂ ਦੀ ਤਿਤਲੀ, ਦੂਸਰੀ ਕਿਤਾਬ ਵੇਲੇ ਕਵੇਲੇ, ਤੀਸਰੀ ਕਿਤਾਬ ਤੂੰ ਕਹਾਣੀ ਤੇ ਮੈਂ ਔਰ ਚੌਥੀ ਕਿਤਾਬ ਭਾਈਚਾਰੇ ਵਾਲਾ ਘਰ ਔਰ ਜਿਹੜੀ ਹੁਣ ਉਹਨਾਂ ਦੀ ਕਿਤਾਬ ਆਈ ਹੈ ਨਵੀਂ ਉਹਦਾ ਨਾਮ ਹੈ ਪੁੱਠੇ ਟੁਰਦੇ ਲੋਕ। ਇਹਨਾਂ ਕਹਾਣੀਆਂ ਤੋਂ ਇਲਾਵਾ ਉਹਨਾਂ ਦਾ ਇੱਕ ਨਾਵਲ ਹੈ ਜਿਹਦਾ ਨਾਮ ਹੈ ਪ੍ਰੋਫੈਸਰ। ਬੜਾ ਵੱਖਰਾ ਜਿਹਾ ਨਾਮ ਹੈ ਪੰਜਾਬੀ ਕਹਾਣੀ ਦੇ ਵਿੱਚ। ਉਹਨਾਂ ਦੀ ਨਜ਼ਰ ਪੰਜਾਬੀ ਕਹਾਣੀ ਤੇ ਬੜੀ ਡੂੰਘੀ ਹੈ ਤੇ ਬੜੀ ਗਹਿਰੀ ਹੈ। ਅੱਜ ਉਹ ਤੁਹਾਨੂੰ ਦੱਸਣਗੇ ਕਿ ਪੰਜਾਬੀ ਕਹਾਣੀ ਨੇ ਅਲਾਮਤ ਨਿਗਾਰੀ, ਤਜਰੀਦੀਅਤ, ਨਵਾਂਪਨ, ਉਹਦੇ 'ਚ ਹਕੀਕਤ ਨਿਗਾਰੀ, ਮੰਜ਼ਰ ਨਿਗਾਰੀ, ਕਿਰਦਾਰ ਨਿਗਾਰੀ, ਪਲਾਟ ਕਿਸ ਤਰ੍ਹਾਂ ਬਾਨੇ ਬਦਲਦਾ ਹੋਇਆ ਅਜੋਕੇ ਸਮੇਂ ਤੱਕ ਕੱਪੜੇ ਹੈ। ਪੰਜਾਬੀ ਕਹਾਣੀ ਦੇ ਲਿਖਣ ਵਾਲੇ ਵੱਡੇ ਵੱਡੇ ਲਿਖਾਰੀ ਕੌਣ ਨੇ ਔਰ ਅੱਜ ਪੰਜਾਬੀ ਕਹਾਣੀ ਜਿਹੜੀ ਹੈ ਕਿੱਥੇ ਖਲੋਤੀ ਹੋਈ ਹੈ। ਜਨਾਬ ਡਾਕਟਰ ਕਰਾਮਤ ਅਲੀ ਮੁਗਲ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਅੱਜ ਪ੍ਰੋਗਰਾਮ ਚੌਪਾਲ ਵਿੱਚ ਆਏ ਹੋ। ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਹਾਣੀ ਵੱਲ ਕਿਉਂ ਆਏ, ਕਦੋਂ ਆਏ ਤੇ ਤੁਸੀਂ ਕਹਾਣੀ ਨੂੰ ਕਿੱਥੇ ਖਲੋਤਾ ਮਹਿਸੂਸ ਕਰਦੇ ਹੋ? FC ਕਾਲਜ ਦੇ ਵਿੱਚ ਗ੍ਰੈਜੂਏਸ਼ਨ ਕਰਦਿਆਂ ਹੋਇਆਂ ਪੰਜਾਬੀ ਪੜ੍ਹਾਰਾਂ ਨੇ, ਪੰਜਾਬੀ ਪੜ੍ਹਨ ਵਾਲੇ ਪੜ੍ਹਾਰਾਂ ਨੇ ਅਸੀਂ ਇੱਕ ਤਨਜ਼ੀਮ ਬਣਾਈ ਜਿਹਦਾ ਨਾਂ ਰੱਖਿਆ ਮਜਲਿਸ ਵਾਰਿਸ ਸ਼ਾਹ। ਇਹ ਡਾਕਟਰ ਸਾਹਿਬ ਕਦੋਂ ਦੀ ਗੱਲ ਹੈ? ਇਹ 1998-99 ਦੀ ਗੱਲ ਜੀ। ਠੀਕ ਹੈ ਜੀ। ਅਸੀਂ ਇਸ ਦੌਰਾਨ ਹੀ ਸਾਰੇ ਪੜ੍ਹਾਰਾਂ ਨੇ ਮਿਲ ਕੇ ਤੇ ਡਾਕਟਰ ਨਹੀਦ ਸ਼ਾਹਿਦ, ਮਨਸੂਰ ਖਾਲਿਦ ਸਾਹਿਬ ਤੇ ਡਾਕਟਰ ਜਮੀਲ ਅਹਿਮਦ ਪਾਲ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਰਿਸਾਲਾ ਵੀ ਫਾਰਮਨਾਈਟ ਪੰਜਾਬੀ ਕੱਢਿਆ ਜਿਹਦੇ ਵਿੱਚ ਬੱਚਿਆਂ ਦੀਆਂ, ਬਾਲਾਂ ਦੀਆਂ, ਪੜ੍ਹਾਰਾਂ ਦੀਆਂ ਲਿਖਤਾਂ ਜਿਹੜੀਆਂ ਉਹਦੇ 'ਚ ਸ਼ਾਮਲ ਹੁੰਦੀਆਂ ਸਨ ਜੀ। ਉਹਦੇ ਵਿੱਚ ਹੀ ਮੈਂ ਆਪਣੀ ਪਹਿਲੀ ਲਿਖਤ, ਉਹ ਮੇਰੀ ਕੀ ਲੱਗਦੀ ਹੈ ਕਹਾਣੀ, ਲਿਖੀ ਜਦੋਂ ਇਹ 1999 ਦੀ ਗੱਲ ਹੈ। ਔਰ ਉਹ ਖੇਤਰ, ਕਹਾਣੀ ਦਾ ਖੇਤਰ ਫਿਰ ਉਹਦੇ ਬਾਅਦ ਚੁਣ ਲਿਆ, ਕਹਾਣੀਆਂ ਪੜ੍ਹੀਆਂ, ਕਹਾਣੀਆਂ ਲਿਖੀਆਂ। ਔਰ ਫਿਰ ਜਦੋਂ ਐਸੇ ਦੌਰਾਨ ਕਾਲਜ ਤੇ ਯੂਨੀਵਰਸਿਟੀ ਦੀ ਜਿਹੜੀ ਹਯਾਤੀ ਜਿਵੇਂ ਵੇਖੀ, ਫਿਰ ਆਲੇ ਦੁਆਲੇ ਦੇ ਸਮਾਜ ਨੂੰ ਜਿਵੇਂ ਜਾਣਿਆ, ਉਹਦੇ ਬਾਰੇ ਹੀ ਕਹਾਣੀਆਂ ਲਿਖੀਆਂ। ਤੇ ਉਹਦਾ ਕਹਾਣੀ ਪਰਾਗਾ ਜਿਹੜਾ ਪਹਿਲਾਂ ਆਇਆ, ਜਿਵੇਂ ਕਿ ਡਾਕਟਰ ਇਹਸਾਨੁੱਲਾ ਤਾਹਿਰ ਹੋਰਾਂ ਨੇ ਦੱਸਿਆ ਕਿ ਤਿਤਲੀ ਕਹਾਣੀ ਪਰਾਗਾ ਜਿਹੜਾ ਆਇਆ, ਜਿਹਦਾ ਦਿਬਾਚਾ ਵੀ ਜਮੀਲ ਅਹਿਮਦ ਪਾਲ ਹੋਰਾਂ ਨੇ ਲਿਖਿਆ। ਉਹਦੇ ਵਿੱਚ ਸਮਾਜ ਨੂੰ ਮੌਜੂ ਬਣਾਇਆ, ਸਮਾਜ ਦੇ ਆਲੇ ਦੁਆਲੇ ਨੂੰ ਮੌਜੂ ਬਣਾਇਆ। ਔਰ ਉਹਦੇ ਵਿੱਚ ਜ਼ਿਆਦਾ ਕਹਾਣੀਆਂ ਮੇਰੀਆਂ ਉਸ ਨੌਜਵਾਨੀ ਦੇ ਦੌਰ ਦੀਆਂ ਨੇ, ਉਸ ਨੌਜਵਾਨੀ ਦੇ ਵਿੱਚ ਜਿਹੜੇ ਜਜ਼ਬਾਤ ਹੁੰਦੇ ਨੇ, ਜਿਹੜੇ ਖਿਆਲਾਤ ਨੇ, ਉਹਦੇ ਹਵਾਲੇ ਨਾਲ ਵਿੱਚ ਲਿਖਿਆ। ਇਸ ਖੇਤਰ ਦੇ ਵਿੱਚ ਜਦੋਂ ਮੇਰੀ ਆਪਣੀ ਛੋਟੀ ਜਿਹੀ ਪਹਿਚਾਣ ਬਣ ਗਈ, ਕਿਉਂ ਜੇ ਪੰਜਾਬੀ ਕਹਾਣੀ ਲਿਖਣ ਵਾਲੇ ਘੱਟ ਸਨ ਔਰ ਪੰਜਾਬੀ ਕਹਾਣੀ ਵਾਲੇ ਪਾਸੇ, ਪੰਜਾਬੀ ਨਸਰ ਵਾਲੇ ਪਾਸੇ ਬਹੁਤ ਘੱਟ ਲੋਕ ਆਉਂਦੇ ਸਨ। ਜ਼ਿਆਦਾਤਰ ਲੋਕ ਸ਼ਾਇਰੀ ਕਰ ਰਹੇ ਸਨ ਔਰ ਪੰਜਾਬੀ ਤਹਿਰੀਕ ਵਾਸਤੇ, ਪੰਜਾਬੀ ਅਦਬ ਦੀ ਤਰੱਕੀ ਵਾਸਤੇ, ਉਹਦੀ ਵਧੋਤਰੀ ਵਾਸਤੇ ਜ਼ਰੂਰੀ ਸੀ ਕਿ ਪੰਜਾਬੀ ਨਸਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਦਿੱਤੀ ਜਾਏ। ਔਰ ਮੇਰਾ ਇਸ ਖੇਤਰ ਵਾਲੇ ਪਾਸੇ ਆਉਣ ਦਾ ਕਾਰਨ ਵੀ ਇਹੀ ਸੀ ਕਿ ਮੈਂ ਪੰਜਾਬੀ ਕਹਾਣੀ ਦੇ ਵਿੱਚ ਕੁਛ ਨਾ ਕੁਛ ਲਿਖ ਸਕਾਂ, ਪੰਜਾਬੀ ਨਸਰ ਔਰ ਪੰਜਾਬੀ ਦੇ ਵਿੱਚ ਤਰਜਮਾਕਾਰੀ ਨੂੰ ਵੀ ਆਪਣਾ ਮੌਜੂ ਬਣਾਇਆ ਔਰ ਤਰਜਮੇ ਕਰਨਾ ਸ਼ੁਰੂ ਕੀਤੇ। ਅੰਗਰੇਜ਼ੀ ਜ਼ੁਬਾਨ ਤੋਂ ਮੁਖਤਲਿਫ ਕਹਾਣੀਆਂ ਦਾ ਤਰਜਮਾ ਕੀਤਾ ਤੇ ਉਹਦੀ ਇੱਕ ਕਿਤਾਬ ਬਣਾਈ ਜਿਹਦਾ ਨਾਮ ਲਗੋਸ ਤੋਂ ਅਜਨਬੀ ਰੱਖਿਆ। ਇਹ ਸਾਈਪੇਰੀਅਨ ਇਕਵਿੰਸੀ ਦੀ ਕਹਾਣੀ ਸੀ। ਉਸ ਕਹਾਣੀ ਦੇ ਟਾਈਟਲ ਤੇ ਮੈਂ ਇਹ ਕਿਤਾਬ ਜਿਹੜੀ ਹੈ ਉਹ ਰੱਖੀ। ਡਾਕਟਰ ਸਾਹਿਬ, ਤੁਸੀਂ ਆਪਣਾ ਕਹਾਣੀ ਦਾ ਸਫ਼ਰ ਦੱਸ ਰਹੇ ਹੋ। ਤੁਸੀਂ ਹਜੇ ਤੱਕ ਕਹਾਣੀ ਦੀਆਂ 5 ਕਿਤਾਬਾਂ ਲਿਖੀਆਂ ਨੇ। ਸਾਨੂੰ ਇਹ ਦੱਸੋ, ਆਪਣੇ ਪੜ੍ਹਨ ਵਾਲੇ ਨੂੰ ਦੱਸੋ, ਸਾਨੂੰ ਇਹ ਦੱਸੋ ਕਿ 5 ਕਹਾਣੀਆਂ ਦੀਆਂ ਕਿਤਾਬਾਂ ਲਿਖਣ ਤੋਂ ਬਾਅਦ ਤੁਸੀਂ ਆਪਣੀ ਕਹਾਣੀ ਬਾਰੇ ਤੇ ਪੰਜਾਬੀ ਦੇ ਵਿੱਚ ਲਿਖੀ ਜਾਣ ਵਾਲੀ ਦੂਸਰੀ ਕਹਾਣੀ ਦੇ ਬਾਰੇ ਕੀ ਮਹਿਸੂਸ ਕਰਦੇ ਹੋ? ਅੱਛਾ, ਆਪਣੀ ਕਹਾਣੀ ਦੇ ਬਾਰੇ ਜੇ ਨਕਾਦ ਦੇ ਤੌਰ ਤੇ ਵੇਖੀਏ ਤੇ ਮੈਂ ਵੇਖਦਾ ਕਿ ਹਾਲੇ ਕਹਾਣੀ ਨੂੰ ਬਹੁਤ ਜ਼ਿਆਦਾ ਕੋਸ਼ਿਸ਼ ਹੈ ਕਿ ਮੈਂ ਇਸ ਨੂੰ ਹੋਰ ਤੇ ਹੋਰ ਨਵੇਂ ਰੰਗ ਜਿਹੜੇ ਦੇਵਾਂ। ਔਰ ਹਰ ਕਹਾਣੀ ਦੇ ਵਿੱਚ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਟੈਕਨੀਕ ਦੇ ਹਵਾਲੇ ਨਾਲ, ਮੰਜ਼ਰ ਨਿਗਾਰੀ ਦੇ ਹਵਾਲੇ ਨਾਲ ਨਵਾਂ ਕੋਈ ਤਜਰਬਾ ਕਰਾਂ, ਕੋਈ ਡਾਇਲੌਗਸ ਜਿਹੜੇ ਨੇ ਐਸੇ ਲਿਆਵਾਂ। ਔਰ ਪੰਜਾਬ ਦੀ ਜਿਹੜੀ ਸਕਾਫਤ ਹੈ, ਪੰਜਾਬ ਦੀ ਜਿਹੜੀ ਰਹਿਤਲ ਹੈ, ਪੰਜਾਬ ਦੇ ਜਿਹੜੇ ਅਖਾਣ ਨੇ, ਪੰਜਾਬ ਦੀ ਜਿਹੜੀ ਬੋਲੀ ਹੈ, ਉਸ ਨੂੰ ਵੀ ਨਾਲ ਨਾਲ ਲੈ ਕੇ ਜਿਹੜਾ ਅੱਜ ਦਾ ਪੰਜਾਬੀ ਜਿਹੜਾ ਬੋਲ ਰਿਹਾ ਉਸ
ਉਸ ਦੇ ਹਵਾਲੇ ਨਾਲ ਲਿਖਾਂ। ਔਰ ਜਿਹੜੇ ਮੌਜੂ ਹੈ, ਮੌਜੂ ਦੇ ਹਵਾਲੇ ਨਾਲ ਵੀ ਕਹਾਣੀ ਦੇ ਵਿੱਚ ਨਵਾਂਪਣ ਆਉਣਾ ਚਾਹੀਦਾ ਹੈ। ਉਹ ਮੌਜੂ ਅੱਜ ਤੋਂ ਜਿਹੜੇ 50 ਸਾਲ ਪਹਿਲੇ, ਕਈ ਲੋਕ ਐਸੇ ਨੇ, ਨਕਾਦ ਐਸੇ ਹੈ, ਕਹਿੰਦੇ ਨੇ ਕਿ ਕਈ ਜਿਹੜੇ ਲੋਕ ਨੇ ਜੀ ਹੁਣ ਰਹੇ ਨੇ ਲੇਕਿਨ 1970 ਜਾਂ 80 ਦੀ ਦਹਾਈ ਵਿੱਚ ਉਹ ਫੌਤ ਹੋ ਚੁੱਕੇ ਨੇ। ਯਾਨੀ ਮਤਲਬ ਕਿ ਅੱਜ ਵੀ ਜੇ ਤੁਸੀਂ ਉਸੇ ਹੀ 40 ਸਾਲ ਪਹਿਲੇ ਵਾਲੀ ਲਿਖਤ ਨੂੰ ਲਿਖ ਰਹੇ ਹੋ, ਅੱਜ ਦੇ ਵਿੱਚ ਅੱਜ ਦਾ ਸਮਾਜ ਬਦਲ ਗਿਆ, ਅੱਜ ਦੀ ਜ਼ੁਬਾਨ ਬਦਲ ਗਈ, ਅੱਜ ਦਾ ਆਲ ਦੁਆਲ ਬਦਲ ਗਿਆ, ਅੱਜ ਦਾ ਜਿਹੜਾ ਪੰਜਾਬੀ ਜਿਹੜਾ ਹੈ ਉਹ 버ਗਰ ਖਾ ਰਿਹਾ ਹੈ, ਉਹ ਜੀਨਸ ਪਾ ਰਿਹਾ, ਉਹ ਵੱਡੇ ਵੱਡੇ ਮਾਲ ਦੇ ਵਿੱਚ ਰਹਿ ਰਿਹਾ, ਉਹਦੀ ਸੋਚ ਵੀ ਬਦਲ ਗਈ। ਉਹ ਅੱਜ ਇੰਟਰਨੈਟ ਦੀ ਸਹੂਲਤ ਦੇ ਨਾਲ ਪੂਰੀ ਦੁਨੀਆ ਦੇ ਨਾਲ ਰਾਬਤੇ ਦੇ ਵਿੱਚ, ਔਰ ਜਦੋਂ ਗਲੋਬਲ ਜਿਹੜੀ ਦੁਨੀਆ ਬਣ ਗਈ, ਗਲੋਬਲ ਵਰਲਡ ਜਿਹਨੂੰ ਅਸੀਂ ਕਹਿੰਦੇ ਇੱਕ ਨਿੱਕਾ ਜਿਹਾ ਅਸੀਂ ਮਹੱਲਾ ਹੁਣ ਬਣ ਗਿਆ, ਇੱਕ ਕਲਿੱਕ ਦੇ ਨਾਲ ਅਸੀਂ ਪੂਰੀ ਦੁਨੀਆ ਨਾਲ ਰਾਬਤਾ ਕਰ ਸਕਦੇ ਹਾਂ, ਦੁਨੀਆ ਸਾਡੇ ਨਾਲ ਰਾਬਤਾ ਕਰਦੀ ਹੈ। ਉਹਦੇ ਵਿੱਚ ਜ਼ੁਬਾਨ ਨੇ ਵੀ ਅਸਰ ਕੀਤਾ, ਉਹਦੇ ਵਿੱਚ ਤੁਹਾਡੀ ਕਹਾਣੀ ਦੇ ਖੇਤਰ 'ਚ ਵੀ ਬਹੁਤ ਜ਼ਿਆਦਾ ਅਸਰ ਜਿਹੜਾ ਹੋ ਗਿਆ। ਡਾਕਟਰ ਸਾਹਿਬ ਇਹ ਦੱਸੋ ਕਿ ਤੁਸੀਂ ਕਹਾਣੀ ਲਿਖਦੇ ਹੋ, ਤਖਲੀਕ ਕਰਦੇ ਹੋ, ਬਣਾਉਂਦੇ ਹੋ, ਕਹਾਣੀ ਤੁਹਾਡੇ ਅੰਦਰ ਫੁੱਟਦੀ ਹੈ ਜਾਂ ਬਾਹਰੋਂ ਲੈਂਦੇ ਹੋ? ਕਿਉਂਕਿ ਸ਼ਾਇਰਾਂ ਦੇ ਬਾਰੇ, ਤਖਲੀਕ ਕਰਨ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਸਭ ਕੁਝ ਇੱਕ ਸਮਾਜ ਤੋਂ ਲੈਂਦੇ ਨੇ, ਲੋਕਾਂ ਤੋਂ ਲੈਂਦੇ ਨੇ। ਤੁਸੀਂ ਵੀ ਕਹਾਣੀ ਲੋਕਾਂ ਕੋਲੋਂ ਲੈਂਦੇ ਹੋ ਜਾਂ ਕਹਾਣੀ ਤੁਹਾਡੇ ਅੰਦਰ ਫੁੱਟਦੀ ਹੈ? ਅੱਛਾ, ਕਹਾਣੀਕਾਰ ਜਿਹੜਾ ਹੈ ਉਹ 24 ਘੰਟੇ ਇਸ ਕਹਾਣੀ ਨਾਲ ਜੁੜਿਆ ਹੁੰਦਾ ਹੈ। ਕਈ ਦਫਾ ਇੱਕ ਫਿਕਰੇ ਦੀ ਕਹਾਣੀ, ਇੱਕ ਜੁਮਲੇ ਦੀ ਕਹਾਣੀ ਜਿਹੜੀ ਹੈ ਉਹ ਸਾਰੀ ਕਹਾਣੀ ਤੁਹਾਨੂੰ ਮਿਲ ਜਾਂਦੀ ਹੈ। ਔਰ ਕਈ ਦਫਾ ਤੁਸੀਂ ਟੁਰ ਰਹੇ ਹੋ, ਆਪਣੇ ਸਮਾਜ ਦੇ ਵਿੱਚ ਜੀ ਰਹੇ ਹੋ, ਸਮਾਜ ਦੇ ਆਲੇ ਦੁਆਲੇ ਲੋਕਾਂ ਨੂੰ ਵੇਖਦੇ ਹੋ, ਸਮਾਜ ਨੂੰ ਸਿਰਫ ਤੁਸੀਂ ਇੱਕ ਕਰੈਕਟਰ ਨੂੰ ਦੇਖਿਆ ਹੈ, ਜਦੋਂ ਤੁਸੀਂ ਰੋਜ਼ ਲੰਘਦੇ ਹੋ ਤੁਸੀਂ ਉਹਦੀ ਪੂਰੀ ਮੰਜ਼ਰ ਨਿਗਾਰੀ, ਉਹਦਾ ਆਲ ਦੁਆਲ ਤੁਸੀਂ ਵੇਖ ਲੈਂਦੇ ਹੋ। ਔਰ ਕਈ ਦਫਾ ਤੁਹਾਡਾ ਕਿਸੇ ਦਾ ਬੋਲਿਆ ਹੋਇਆ ਫਿਕਰਾ ਹੀ ਤੁਹਾਨੂੰ ਪੂਰੀ ਕਹਾਣੀ ਦੇ ਜਾਂਦਾ ਹੈ। ਸਮਾਜ ਕਹਾਣੀ ਕਈ ਦਫਾ ਲਿਖੀ ਲਿਖਾਈ ਤੁਹਾਨੂੰ ਸਾਰੀ ਤੁਹਾਡੇ ਜ਼ਿਹਨ 'ਚ ਮਿਲਦੀ ਹੈ, ਔਰ ਫਿਰ ਤੁਸੀਂ ਉਹਨੂੰ ਤਖਲੀਕੀ ਰੰਗ ਦੇ ਨਾਲ ਬਿਆਨ ਕਰਦੇ ਹੋ। ਤੁਹਾਡਾ ਬਿਆਨਨ ਢੰਗ ਜਿਹੜਾ ਹੈ ਉਹ ਇੰਨਾ ਤਾਕਤਵਰ ਹੋਣਾ ਚਾਹੀਦਾ ਹੈ ਕਿ ਉਹਦੇ ਅੰਦਰ ਸ਼ਾਇਬਾ ਤੱਕ ਨਾ ਹੋਏ ਕਿ ਇਹ ਘੜੀ ਗਈ ਹੈ ਜਾਂ ਇਹ ਤਖਲੀਕ ਦੇ ਮਰਹਲੇ ਤੋਂ ਨਹੀਂ ਨਿਕਲੀ। ਤਖਲੀਕੀ ਪਹਿਲੂ ਜਿਹੜਾ, ਤਖਲੀਕੀ ਪੱਖ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਜੀ ਕਹਾਣੀ ਦੇ ਵਿੱਚ ਨਜ਼ਰ ਆਏਗਾ, ਔਰ ਕਹਾਣੀ ਮੁਆਸ਼ਰੇ ਦੇ ਨਾਲ ਜੁੜੀ ਹੋਏਗੀ, ਮੁਆਸ਼ਰਤੀ ਰੰਗ ਦੇ ਨਾਲ ਜੁੜੀ ਹੋਏਗੀ, ਤੇ ਫਿਰ ਕਹਾਣੀ ਇਨਸਾਨ ਨੂੰ ਮੁਤਾਸਿਰ ਕਰੇਗੀ। ਨਹੀਂ ਤੇ ਕਹਾਣੀ ਅਜਿਹੀ ਕਹਾਣੀ ਬਣ ਜਾਏਗੀ ਜਿਹੜੀ ਖਿਆਲੀ ਤੇ ਮਾਵਰਾਈ ਜਿਹੜੀਆਂ ਗੱਲਾਂ ਉਹਦੇ 'ਚ ਹੋਣਗੀਆਂ, ਉਹ ਕਿਸੇ ਵੀ ਪੜ੍ਹਨ ਵਾਲੇ ਨੂੰ ਮੁਤਾਸਿਰ ਨਹੀਂ ਕਰੇਗੀ। ਡਾਕਟਰ ਸਾਹਿਬ ਇਹ ਤੁਸੀਂ ਗੱਲ ਕਰ ਰਹੇ ਸੋ ਕਿ ਤੁਸੀਂ ਅਖਾਣ, ਰੋਜ਼ਮਰੇ ਬੋਲੀਆਂ, ਨਵਾਜ਼ ਨੂੰ ਪੰਜਾਬੀ ਕਹਾਣੀ ਦਾ ਪਹਿਲਾ ਕਹਾਣੀਕਾਰ ਇਸ ਪੱਖੋਂ ਕਿਹਾ ਜਾਂਦਾ ਹੈ ਕਿ 1960 ਵਿੱਚ ਉਹਦੀ ਪਹਿਲੀ ਕਿਤਾਬ ਡੂੰਘੀਆਂ ਸ਼ਾਮਾਂ ਆਈ ਸੀ। ਉਹਦੀਆਂ ਕਹਾਣੀਆਂ ਦੇ ਵਿੱਚ ਇਹ ਚੀਜ਼ਾਂ ਮਿਲਦੀਆਂ ਨੇ। ਮਤਲਬ ਕਿਧਰੇ ਕਿਧਰੇ ਬੋਲੀ ਵੀ ਲਿਖ ਦਿੰਦਾ ਹੈ, ਬਾਤੇ ਰੋਣਗੇ ਦਿਲਾਂ ਦੇ ਜਾਨੀ ਤੇ ਮਾਪੇ ਤੈਨੂੰ ਘੱਟ ਰੋਣਗੇ, ਕਿਧਰੇ ਬਾਈਆ ਵੀ ਲਿਖ ਦਿੰਦਾ ਹੈ। ਅਖਾਣ ਤੇ ਉਹਦੀ ਕਹਾਣੀ ਵਿੱਚ ਚਲੋ ਵਰਤੋਂ ਦੇ ਹਵਾਲੇ ਨਾਲ ਆਈ ਜਾਂਦੇ ਨੇ। ਅੱਜ ਦੇ ਸਮੇਂ ਵਿੱਚ ਜਿਹੜੀ ਕਹਾਣੀ ਲਿਖੀ ਜਾ ਰਹੀ ਹੈ, ਕਿਆ ਉਹ ਅੱਜ ਦੇ ਸਮੇਂ ਦੀ ਕਹਾਣੀ ਹੈ? ਕਹਾਣੀ ਦੀ ਜੇ ਅਸੀਂ ਤਾਰੀਫਾਂ ਜਿੰਨੀਆਂ ਵੀ ਕਰੀਏ ਤੇ ਕਹਾਣੀ, ਹਰ ਕਹਾਣੀ ਆਪਣੀ ਤਾਰੀਫ ਨਾਲ ਲੈ ਕੇ ਆਉਂਦੀ, ਕਿਉਂਕਿ ਉਹਦਾ ਬਣਾਉਣਾ, ਉਹਦਾ ਜਿਹੜਾ ਡਿਕਸ਼ਨ ਹੈ, ਉਹਦੇ ਜਿਹੜੀ ਕਰੈਕਟਰਾਈਜੇਸ਼ਨ ਹੈ, ਉਹਦੀ ਜਿਹੜੀ ਮੰਜ਼ਰ ਨਿਗਾਰੀ ਹੈ, ਉਹਦਾ ਮੁੱਢ ਹੈ, ਉਹਦਾ ਇਖਤਮ, ਹਰ ਕਹਾਣੀ ਦਾ ਡਿਫਰੈਂਟ ਹੁੰਦਾ ਹੈ। ਔਰ ਜਿਹੜੀ ਕਹਾਣੀ ਵੇਲੇ ਦੀ ਕਹਾਣੀ ਨਹੀਂ ਹੋਏਗੀ, ਉਹਦੇ ਵਿੱਚ ਕਹਾਣੀਪਨ ਤੇ ਨਹੀਂ ਹੋਏਗਾ, ਉਹਦੇ ਵਿੱਚ ਹੋਰ ਕੁਝ ਵੀ ਹੋ ਸਕਦਾ ਹੈ। ਕਹਾਣੀ ਵੇਲੇ ਦੀ ਹੁੰਦੀ ਹੈ ਔਰ ਉਹਦੇ ਵਿੱਚ ਵੇਲੇ ਦੀ ਗੱਲ ਕੀਤੀ ਗਈ ਹੁੰਦੀ ਹੈ, ਵੇਲੇ ਦੇ ਮਸਲੇ ਬਿਆਨ ਕੀਤੇ ਗਏ ਨੇ, ਵੇਲੇ ਦੇ ਸਮਾਜ ਨੂੰ ਬਿਆਨ ਕੀਤਾ ਗਿਆ ਹੁੰਦਾ ਹੈ। ਔਰ ਆਉਣ ਵਾਲੇ ਵੇਲੇ ਦੇ ਬਾਰੇ ਕਈ ਦਫਾ ਅਜਿਹੀਆਂ ਗੱਲਾਂ ਹੁੰਦੀਆਂ ਨੇ ਕਿ ਜਿਹੜੀਆਂ 100 ਸਾਲ ਬਾਅਦ ਜਾਂ 20 ਸਾਲ ਬਾਅਦ ਫਿਕਸ਼ਨ ਰਾਈਟਰ ਨੇ ਜੋ ਪਹਿਲੇ ਲਿਖਿਆ ਹੈ ਉਹਦੇ ਵਿੱਚ ਨਵੀਂ ਦੁਨੀਆ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਡਾਕਟਰ ਸਾਹਿਬ ਜੀ, ਕਹਾਣੀ ਤੇ ਅਫਸਾਨੇ ਵਿੱਚ ਕੀ ਫਰਕ ਹੈ? ਅਸੀਂ ਕਾਫੀ ਦੇਰ ਤੋਂ ਕਹਾਣੀ ਕਰਨ ਰਹੇ ਹਾਂ। ਜੀ ਜੀ, ਕਿਆ ਕੋਈ ਕਹਾਣੀ 'ਚ ਔਰ ਅਫਸਾਨੇ 'ਚ ਫਰਕ ਹੈ? ਅੱਛਾ, ਇਹਦੇ 'ਚ ਦੋ ਕਿਸਮ ਦੇ ਨੁਕਤੇ ਨਜ਼ਰ ਨੇ। ਕੁਝ ਲੋਕ ਕਹਿੰਦੇ ਜੀ ਅਫਸਾਨਾ ਡਿਫਰੈਂਟ ਚੀਜ਼ ਹੈ, ਕਹਾਣੀ ਡਿਫਰੈਂਟ ਚੀਜ਼ ਹੈ, ਅਫਸਾਨੇ ਵਿੱਚ ਕਹਾਣੀਪਨ ਆ ਜਾਂਦਾ, ਕਹਾਣੀ 'ਚ ਅਫਸਾਨਾ ਜਿਹੜਾ ਨਹੀਂ ਆ ਸਕਦਾ। ਪਰ ਅਸੀਂ ਡਾਕਟਰ ਸਾਹਿਬ ਦੇ ਨਾਲ ਜਿਹੜਾ ਸਵਾਲ ਕੀਤਾ ਹੈ ਕਿ ਕਹਾਣੀ ਤੇ ਅਫਸਾਨੇ 'ਚ ਕੀ ਫਰਕ ਹੈ, ਬਿਆਨੀਆ ਕਹਾਣੀ ਕਿਹੜੀ ਹੈ, ਅਲਾਮਤੀ ਅਫਸਾਨਾ ਕਿਹੜਾ ਹੈ, ਸਿੱਧ ਪੱਧਰੀ ਕਹਾਣੀ ਕਿਹੜੀ ਹੈ, ਤਜਰੀਦੀ ਅਫਸਾਨਾ ਕਿਹੜਾ ਹੈ, ਇਹਨਾਂ ਗੱਲਾਂ ਦੇ ਉੱਤੇ ਅਸੀਂ ਥੋੜੀ ਜਿਹੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ। ਇੱਕ ਨਿੱਕਾ ਜਿਹਾ ਵਕਫਾ ਲੈ ਲਈਏ, ਸਾਡੇ ਨਾਲ ਰਿਹਾ ਜੇ। ਨਿੱਕੀ ਜਿਹੀ ਵੇਲ ਤੋਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਹਾਜ਼ਰ ਹਾਂ। ਚੁਪਾਰ ਪ੍ਰੋਗਰਾਮ ਚੱਲ ਰਿਹਾ ਹੈ, ਡਾਕਟਰ ਸਾਹਿਬ ਸਾਡੇ ਨਾਲ ਨੇ ਔਰ ਮੈਨੂੰ ਪੂਰਾ ਮਾਣ ਹੈ ਕਿ ਤੁਸੀਂ ਸਾਡੀਆਂ ਗੱਲਾਂ ਸੁਣ ਰਹੇ ਹੋਵੋਗੇ। ਅਸੀਂ ਗੱਲ ਕੀਤੀ ਸੀ ਕਹਾਣੀ ਕੀ ਹੈ, ਅਫਸਾਨਾ ਕੀ ਹੈ, ਇਹਨਾਂ ਦੋਵਾਂ 'ਚ ਫਰਕ ਕੀ ਹੈ, ਫਰਕ ਕਿੱਥੇ ਕਰਕੇ ਹੁੰਦਾ ਹੈ?
ਅਲਾਮਤੀ ਕਹਾਣੀ ਕੀ ਹੈ, ਬਿਆਨੀਆ ਕਹਾਣੀ ਕੀ ਹੈ, ਤਜਰੀਦੀ ਕਹਾਣੀ ਕੀ ਹੈ, ਔਰ ਅੱਜ ਸਾਨੂੰ ਸਾਡੇ ਮੁਆਸ਼ਰੇ ਨੂੰ, ਸਾਡੇ ਸਮਾਜ ਨੂੰ, ਸਾਡੇ ਅਦਬ ਨੂੰ ਕਿਹੜੀ ਕਹਾਣੀ ਦੀ ਲੋੜ ਹੈ? ਡੀ ਡਾਕਟਰ ਸਾਹਿਬ, ਤੁਸੀਂ ਗੱਲ ਕਰ ਰਹੇ ਸੋ ਕਹਾਣੀ ਔਰ ਅਫਸਾਨੇ 'ਚ ਫਰਕ ਦੀ। ਕਹਾਣੀ ਤੇ ਅਫਸਾਨੇ ਦੇ ਹਵਾਲੇ ਨਾਲ ਗੱਲ ਕਰਨ ਤੋਂ ਪਹਿਲੇ ਅਸੀਂ ਇਹ ਦੋਵਾਂ ਲਫ਼ਜ਼ਾਂ ਦਾ origin ਵੇਖੀਏ। ਅਫਸਾਨਾ ਫਾਰਸੀ ਜ਼ੁਬਾਨ 'ਚ ਕਿਹਾ ਜਾਂਦਾ ਹੈ ਸਟੋਰੀ ਨੂੰ, ਔਰ ਕਹਾਣੀ ਦਾ ਜਿਹੜਾ ਲਫ਼ਜ਼ ਹੈ ਉਹ ਕਸ਼ਾ ਤੋਂ, ਜਿਹੜਾ ਸੰਸਕ੍ਰਿਤ ਦਾ ਲਫ਼ਜ਼ ਕਸ਼ਾ, ਠੀਕ ਹੈ। ਫਿਰ ਉਹਦੇ ਤੋਂ ਹੀ ਕਥਾ, ਠੀਕ, ਔਰ ਉਹਦੇ ਤੋਂ ਹੀ ਕਹਾ ਤੋਂ ਹੀ ਵੱਡ ਕਹਾ, ਯਾਨੀ ਵੱਡੀ ਕਹਾਣੀ ਜਿਹੜੀ ਹੈ, ਪੁਰਾਣਾ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਕਿਤਾਬ ਵੀ ਆਈ ਹੋਈ। ਔਰ ਇਹ ਲਫ਼ਜ਼ਾਂ ਦਾ origin ਜਿਹੜਾ ਡਿਫਰੈਂਟ ਹੈ। ਔਰ ਜਿਹੜੇ ਲੋਕ ਬਹਿਸ ਕਰਦੇ ਨੇ ਕਿ ਕਸ਼ਾ ਕਿ ਕਹਾਣੀ ਹੋ ਰਹੀ, ਅਫਸਾਨਾ ਹੋ ਰਹੀ, ਅਗਰ ਉਹਨਾਂ ਕੋਲ ਪੁੱਛੀਏ ਤੇ ਅੰਗਰੇਜ਼ੀ ਵਿੱਚ ਕਹਾਣੀ ਨੂੰ ਕੀ ਕਹਿੰਦੇ ਨੇ, ਅਫਸਾਨੇ ਨੂੰ ਕੀ ਕਹਿੰਦੇ ਨੇ, ਕਿ ਉਹਨਾਂ ਕੋਲ ਇੱਕੋ ਹੀ ਲਫ਼ਜ਼ ਹੈ ਸਟੋਰੀ। ਤੇ ਇਹਦਾ ਮਤਲਬ ਹੈ ਕਿ ਤੁਸੀਂ ਫਿਰ ਤੀਸਰੀ ਚੀਜ਼ ਅਸੀਂ ਜੇ ਇਹ ਬਹਿਸ ਹੀ ਕਰਨੇ ਆ ਤੇ ਫਿਰ ਉਹਨੂੰ ਕਹਾਂਗੇ ਅਫਸਾਨਾ ਹੋ ਰਹੇ, ਕਹਾਣੀ ਹੋ ਰਹੀ ਤੇ ਸਟੋਰੀ ਹੋ ਰਹੀ। ਜਿਵੇਂ ਕਿ ਅਗਰ ਕਿਸੇ ਨਾਲ ਬਹਿਸ ਹੋ ਰਹੀ ਹੋਵੇ ਤੇ ਉਹਦੇ ਕੋਲ ਪੁੱਛਿਆ ਜਾਏ ਕਿ ਸਾਦਰ ਹਸਨ ਮੰਟੋ ਕਹਾਣੀ ਵੀ ਲਿਖਦਾ, ਅਫਸਾਨਾ ਵੀ ਲਿਖਦਾ, ਉਹਨੂੰ ਦੱਸੋ ਜੀ ਸਾਦਰ ਹਸਨ ਮੰਟੋ ਦੀ ਤਮਾਸ਼ਾ ਜਿਹੜੀ ਅਫਸਾਨਾ ਸੀ ਜਾਂ ਕਹਾਣੀ ਸੀ, ਜਾਂ ਉਹਦੀ ਜਿਹੜੀ ਉਹ ਠੰਡਾ ਗੋਸ਼ਤ ਅਫਸਾਨਾ ਸੀ ਜਾਂ ਕਹਾਣੀ ਸੀ? ਉਹ ਫਿਰ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ, ਕਿਉਂਕਿ ਟੈਕਨੀਕਲੀ ਇਹਦਾ ਕੋਈ ਨਹੀਂ, ਸਿਰਫ ਲਫ਼ਜ਼ੀ ਤੌਰ ਤੇ ਜ਼ੁਬਾਨ ਦੂਜੀ ਹੋਣ ਦੀ ਵਜ੍ਹਾ ਤੋਂ ਲੋਕੀ ਭੁਲੇਖਾ ਖਾ ਕੇ ਤੇ ਉਹਨੂੰ ਦੂਜੇ ਰੰਗ 'ਚ ਜਾ ਕੇ ਲੈ ਜਾਂਦੇ ਨੇ। ਕਹਾਣੀ, ਅਫਸਾਨਾ, ਸ਼ਾਰਟ ਸਟੋਰੀ, ਇਹ ਇੱਕੋ ਹੀ ਚੀਜ਼ ਦੇ ਤਿੰਨ ਨਾਂ ਨੇ। ਹੁਣ ਅਸੀਂ 1947 ਤੋਂ ਬਾਅਦ ਦੀ ਜਿਹੜੀ ਪੰਜਾਬੀ ਕਹਾਣੀ ਦੇ ਹਵਾਲੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਕਿ 1947 ਦੀ ਜਦੋਂ ਵੰਡ ਹੋਈ, ਪੰਜਾਬ ਨੂੰ ਜਦੋਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਬਣ ਗਿਆ, ਇੱਕੋ ਹੀ ਸਾਂਝਾ ਪੰਜਾਬ ਸੀ। ਤੇ ਬਹੁਤ ਜ਼ਿਆਦਾ ਜਿਹੜੇ ਪੰਜਾਬੀ ਲੇਖਕ ਸਨ, ਪੰਜਾਬੀ ਕਹਾਣੀਕਾਰ ਸਨ, ਉਹ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਚਲੇ ਗਏ, ਜਿਹਦੀ ਵਜ੍ਹਾ ਤੋਂ ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਕਹਾਣੀ ਲਿਖਣ ਵਾਲਾ ਕੋਈ ਵੀ ਨਹੀਂ ਸੀ। ਯਾਨੀ ਇਹ ਇਲਾਕਾ ਜਿਹੜਾ ਹੈ ਉਹ ਖਾਲੀ ਹੋ ਗਿਆ ਪੰਜਾਬੀ ਲਿਖਣ ਵਾਲਿਆਂ ਤੋਂ। ਵੇਖੋ ਜੀ, ਸਾਡੇ ਕੋਲੋਂ ਅਮਰਤਾ ਪ੍ਰੀਤਮ ਟੁਰ ਗਈ ਤੇ ਫਿਰ ਗੁਜਰਾਂਵਾਲਾ ਤੋਂ ਅਮਰਤਾ ਪ੍ਰੀਤਮ ਵਰਗੀ ਵੱਡੀ ਕਹਾਣੀਕਾਰ, ਵੱਡੀ ਸ਼ਾਇਰਾ ਟੁਰ ਗਈ ਤੇ ਬਾਕੀ ਟੁਰ ਗਿਆ, ਤੇ ਫਿਰ ਅਸੀਂ ਕਾਹਦਾ ਤੋਂ ਕਰੀਏ? ਜੀ ਜੀ। ਅੱਛਾ, ਉਹਦੇ 'ਚ ਇਹ ਵੀ ਹੋਇਆ ਕਿ ਸਾਡੇ ਜਿਹੜੇ ਲਿਖਣ ਵਾਲੇ ਸਨ ਉਹਨਾਂ ਨੇ ਸੰਭਲਦਿਆਂ ਵੀ ਦੇਰ ਲੱਗੀ। ਔਰ ਇਹ ਜਿਹੜਾ 13 ਸਾਲ ਦਾ ਅਰਸਾ ਹੈ, 1960 ਵਿੱਚ ਨਵਾਜ਼ ਹੋਰਾਂ ਦੀ ਜਿਹੜੀ ਕਹਾਣੀਆਂ ਦਾ ਪਰਾਗਾ ਆ ਰਿਹਾ ਹੈ, ਡੂੰਘੀਆਂ ਸ਼ਾਮਾਂ, ਉਸ ਤੋਂ ਪਹਿਲੇ ਕਹਾਣੀ ਤੇ ਲਿਖੀ ਜਾ ਰਹੀ ਸੀ। ਔਰ ਉਹ ਲੇਕਿਨ ਬਹੁਤ ਜਿਹੜੀ ਹੈ ਹੌਲੀ ਹੌਲੀ ਉਹਦੀ ਰਫ਼ਤਾਰ ਸੀ। ਉਹਦੇ 'ਚ ਆਸਫ ਖਾਨ ਹੋਰੀ, ਸ਼ਫਕਤ ਅਨੀਲ ਮਿਰਜ਼ਾ ਹੋਰੀ ਜਿਹੜੇ ਨੇ ਉਹ ਲਿਖ ਰਹੇ ਸਨ। ਰਾਜਾ ਰਸਾਲੂ ਵੀ ਆ ਗਏ, ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਨੇ ਵੀ ਇਸ ਖੇਤਰ ਵਿੱਚ ਆਪਣਾ ਉਹਨਾਂ ਨੇ ਰਿਸਾਲਾ ਸ਼ੁਰੂ ਕੀਤਾ ਔਰ ਉਹਦਾ ਕਹਾਣੀ ਨੰਬਰ ਵੀ ਛਾਪੇ। ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸਨ, ਪਰ ਕਹਾਣੀ ਦਾ ਕੋਈ ਜਿਹੜਾ ਮੁਸਤਕਿਲ ਪਰਾਗਾ ਸੀ ਉਹ ਪਹਿਲਾਂ ਨਵਾਜ਼ ਹੋਰਾਂ ਦੀ ਆਇਆ। ਅੱਛਾ, ਉਹਦੇ ਵਿੱਚ ਵੀ ਇੰਟਰਸਟਿੰਗ ਗੱਲ ਹੈ ਕਿ ਉਹਦੇ 'ਚ ਜਿਹੜਾ ਦਿਬਾਚਾ ਹੈ, ਉਹਦੇ 'ਚ ਦਿਬਾਚੀ 'ਚ ਜਨਵਰੀ 1961 ਲਿਖਿਆ ਹੋਇਆ, ਲੇਕਿਨ ਉਹ ਕਿਤਾਬ ਜਿਹੜੀ ਉਹ ਛਪੀ ਹੈ 1960 ਦੇ ਵਿੱਚ, ਯਾਨੀ ਉਹਦੀ ਪ੍ਰਿੰਟ ਲਾਈਨ ਦੇ ਉੱਤੇ 1960 ਤੇ ਦਿਬਾਚੀ 'ਚ 1961 ਜਿਹੜਾ ਉਹ ਲਿਖਿਆ ਹੋਇਆ ਹੈ। ਅੱਛਾ, ਨਵਾਜ਼ ਹੋਰਾਂ ਦੀ ਕਹਾਣੀਆਂ ਦੇ ਵਿੱਚ ਜਿਵੇਂ ਕਿ ਪਹਿਲੇ ਵੀ ਗੱਲ ਹੋਈ ਕਿ ਜਜ਼ਬਾਤ ਨਗਾਰੀ ਬਹੁਤ ਜ਼ਿਆਦਾ ਉਹਨਾਂ ਕੋਲ ਮਿਲਦੀ ਹੈ। ਉਹਨਾਂ ਦੀ ਜਿਹੜੀ ਜ਼ੁਬਾਨ ਹੈ ਉਹ ਸ਼ਹਿਰੀ ਜ਼ੁਬਾਨ ਹੈ, ਔਰ ਲੇਕਿਨ ਇਹ ਨਹੀਂ ਕਿ ਉਹਨਾਂ ਦੇ ਕਿਰਦਾਰ ਜਿਹੜੇ ਨੇ ਉਹ ਉਸ ਸ਼ਹਿਰੀ ਨੇ, ਸ਼ਹਿਰੀ ਵੀ ਨੇ, ਪੇਂਡੂ ਕਿਰਦਾਰ ਵੀ ਨੇ, ਉਹ ਸਮਾਜ ਦੇ ਨਾਲ ਜੁੜੇ। ਔਰ ਉਹ ਉਹਨਾਂ ਦੀ ਸਰ ਉਹਨਾਂ ਦੀ ਕਹਾਣੀ ਦੇ ਵਿੱਚ ਕਿਧਰੇ ਅਲਾਮਤ ਵੀ ਵਿਖਾਈ ਜਾਂਦੀ ਹੈ, ਜਿਨਸੀਅਤ ਵੀ ਆ ਜਾਂਦੀ ਹੈ, ਜਿਵੇਂ ਸਦਾ ਸੁਹਾਗਨ ਜੀ, ਬੇਰੀ ਥੱਲੇ, ਔਰ ਇਸੇ ਤਰ੍ਹਾਂ ਉਹਨਾਂ ਦੀ ਕਹਾਣੀ ਅਕਸੀ ਬਾਦਸ਼ਾਹ, ਇਹਨਾਂ ਕਹਾਣੀਆਂ ਦੇ ਵਿੱਚ ਸਾਨੂੰ ਅਲਾਮਤ ਵੀ ਵਿਖਾਈ ਦਿੰਦੀ ਹੈ। ਔਰ ਫਿਰ ਉਹ ਕਹਾਣੀ ਦੇ ਵਿੱਚ ਕਿਧਰੇ ਬੋਲੀਆਂ ਜ਼ੁਬਾਨ ਤੇ ਪੂਰਾ ਬੋਰ ਸੀ, ਔਰ ਜ਼ੁਬਾਨ ਤੇ ਬਿਆਨ ਜਿਹੜਾ ਹੈ ਉਹ ਉਹਨਾਂ ਦਾ ਬਹੁਤ ਹੀ ਉਹਨਾਂ ਦੇ ਉੱਤੇ ਉਹਨਾਂ ਨੂੰ ਅਬੂਰ ਸੀ। ਔਰ ਉਸੇ ਹਵਾਲੇ ਨਾਲ ਉਹਦੇ ਬਾਅਦ ਜਿਹੜੇ ਸਾਂਝੇ ਪੰਜਾਬ ਦੀ ਗੱਲ ਕਰਨ ਵਾਲੇ ਕਹਾਣੀਕਾਰ ਅਫਜ਼ਲ ਹਸਨ ਰੰਧਾਵਾ ਹੋਰਾਂ ਨੇ ਕਹਾਣੀਆਂ ਲਿਖੀਆਂ। ਅਫਜ਼ਲ ਹਸਨ ਰੰਧਾਵਾ ਹੋ ਗਏ, ਨਸੀਮਾ ਅਸ਼ਰਫ, ਅਖਤਰ ਸਲੀਮੀ ਹਰੀ ਸਲੀਮ ਖਾਂ ਗਿਮੀ ਹੋਰਾਂ ਦੀਆਂ ਕਿਤਾਬਾਂ ਆਈਆਂ, ਨਹੀਦ ਅਖਤਰੀ, ਇੱਕ ਲੰਬੀ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਲੇਕਿਨ ਇੱਕ ਸਾਲ 'ਚ ਕਦੀ ਇੱਕ ਜਾਂ ਦੋ ਕਿਤਾਬਾਂ ਕਹਾਣੀ ਦੀਆਂ ਛਪਦੀਆਂ ਸਨ, ਜਿਹੜਾ ਕਿ ਇੰਨਾ ਹੌਸਲਾ ਅਫਜ਼ਾਈ ਜਿਹੜਾ ਕੰਮ ਨਹੀਂ ਸੀ। ਅੱਛਾ, 1970 ਔਰ ਉਹਨਾਂ ਦਿਨਾਂ ਵਿੱਚ ਜਿਨ੍ਹਾਂ 'ਚ ਇੱਕ ਜਾਂ ਦੋ ਕਹਾਣੀਆਂ ਦੀ ਕਿਤਾਬ ਸਾਲ 'ਚ ਛਪਦੀ ਸੀ, ਸ਼ਾਇਰੀ ਦੀਆਂ ਕਈ ਕਿਤਾਬਾਂ ਛਪਦੀਆਂ ਸਨ। ਔਰ 1970 ਤੋਂ 80 ਤੱਕ ਦਾ ਜਿਹੜਾ ਦੌਰ ਸੀ, ਇਹਦੇ ਵਿੱਚ ਘੁਟਨ ਕੋਈ ਥੋੜੀ ਜਿਹੀ ਬਹੁਤੀ ਵੱਧ ਗਈ ਸੀ। ਇੱਕ ਤੇ
ਜਿਹੜੇ ਨੇ ਹਾਲਾਤ ਜਿਹੜੇ ਨੇ ਉਹ ਸਿਆਸੀ ਤੇ ਸਮਾਜੀ ਹਾਲਾਤ ਜਿਹੜੇ ਨੇ ਉਹ ਇੱਕਦਮ ਅਫਰਾ ਤਫਰੀ ਦਾ ਸ਼ਿਕਾਰ ਹੋ ਗਏ ਜੀ ਠੀਕ। ਔਰ ਉਸ ਅਫਰਾ ਤਫਰੀ ਨੇ ਘੁਟਨ ਨੂੰ ਜਿਹੜਾ ਉਹ ਜ਼ਿਆਦਾ ਵਧਾ ਦਿੱਤਾ। ਜਦੋਂ ਮੁਆਸ਼ਰੇ 'ਚ ਘੁਟਨ ਆ ਜਾਂਦੀ ਤੇ ਫਿਰ ਲੋਕੀ ਡਰ ਕੇ ਛੁਪ ਕੇ ਟਕੇ ਛੁਪੇ ਲਫ਼ਜ਼ਾਂ 'ਚ ਗੱਲ ਕਰਦੇ ਨੇ, ਔਰ ਜਦੋਂ ਟਕੇ ਛੁਪੇ ਲਫ਼ਜ਼ਾਂ ਨਾਲ ਡਰ ਦੇ ਨਾਲ ਖੌਫ ਦੇ ਨਾਲ ਗੱਲ ਹੋ ਰਹੀ ਹੋਏ ਤੇ ਫਿਰ ਅਲਾਮਤ ਜਨਮ ਲੈਂਦੀ ਏ। ਅਲਾਮਤ ਜਿਹੜੀ ਉਹ ਕਿਸੇ ਗੱਲ ਦੇ ਨਾਲ ਗੱਲ ਨੂੰ ਜੋੜ ਕੇ ਬਿਆਨ ਕੀਤਾ ਜਾਂਦਾ ਹੈ। ਅਲਾਮਤੀ ਕਹਾਣੀ ਦੇ ਹਵਾਲੇ ਨਾਲ ਮਿਰਜ਼ਾ ਹਾਮਦ ਬੇਗ ਹੋਰੀ, ਡਾਕਟਰ ਨਾਸਰ ਬਲੋਚ, ਮਨਸ਼ਾ ਯਾਦ ਹੋਰਾਂ ਦੀਆਂ ਕਹਾਣੀਆਂ ਦੇ ਵਿੱਚ ਅਲਾਮਤ ਨਜ਼ਰ ਆਉਂਦੀ ਏ। ਇਹ ਕਹਾਣੀਆਂ ਜਿਹੜੀਆਂ ਫਿਰ ਅਲਾਮਤ ਦੇ ਦੁਆਲੇ ਘੁੰਮਣ ਲੱਗ ਪਈਆਂ। ਅਲਾਮਤੀ ਰੰਗ ਦੇ ਨਾਲ ਉਹਨਾਂ ਨੇ ਜਿਹੜੀਆਂ ਨੇ ਕਹਾਣੀ ਪਰਾਗੇ ਲਿਖੇ, ਜਿਵੇਂ ਕਿ ਸੀਤੀਆਂ ਅੱਖਾਂ ਵਾਲੇ ਡਾਕਟਰ ਨਾਸਰ ਬਲੋਚ ਹੋਰਾਂ ਦਾ ਜਿਹੜਾ ਕਹਾਣੀ ਪਰਾਗਾ ਮਨਸ਼ਾ ਯਾਦ ਦਾ ਵਗਦਾ ਪਾਣੀ, ਇਹ ਕਹਾਣੀ ਪਰਾਗੀਆਂ ਦੇ ਵਿੱਚ ਔਰ ਮਿਰਜ਼ਾ ਹਾਮਦ ਬੇਗ ਦਾ ਕਿੱਸਾ ਕਹਾਣੀ ਉਹਨਾਂ ਨੇ ਅਲਾਮਤ ਨੂੰ ਨਾਲ ਤੋਰਿਆ। ਇੱਕ ਐਸੇ ਹੀ ਦੌਰਾਨ ਹੀ ਇੱਕ ਪਖੇਰੂ ਨਾਵਲ ਵੀ ਛਪਿਆ ਮੁਸਤਨਸਰ ਹੁਸੈਨ ਤਾਰੜ ਹੋਰਾਂ ਦਾ, ਉਹਦੇ ਵਿੱਚ ਵੀ ਅਲਾਮਤ ਨੂੰ ਉਹਨਾਂ ਨੇ ਬੜੇ ਖੂਬਸੂਰਤ ਜ਼ੁਬਾਨ ਵੀ ਸੋਹਣੀ ਵਰਤੀ। ਇਹ ਕਹਾਣੀ ਯਾਨੀ ਫਖਰ ਜ਼ਮਾਨ ਹੋਰਾਂ ਨੇ ਬੜੀਆਂ ਆਪਣੇ ਨਾਵਲਾਂ ਦੇ ਵਿੱਚ ਇਹੀ ਅਲਾਮਤ ਨਗਾਰੀ ਨੂੰ ਮੁੱਢ ਰੱਖਿਆ। ਅੱਜ ਦੇ ਦੌਰ ਦੇ ਵਿੱਚ ਜੇ ਅਸੀਂ ਵੇਖੀਏ ਤਾਂ ਮਲਕ ਮੇਰ ਅਲੀ ਅਲਾਮਤ ਨਗਾਰੀ ਦੇ ਹਵਾਲੇ ਨਾਲ ਵੱਡਾ ਕੰਮ ਕਰ ਰਹੇ ਨੇ। ਢਾਹ ਲੱਗੀ ਬਸਤੀ ਉਹਨਾਂ ਦੀ ਜਿਹੜਾ ਉਹਨਾਂ ਦਾ ਕਹਾਣੀ ਪਰਾਗਾ ਹੈ। ਇਸੇ ਤਰ੍ਹਾਂ ਰਾਏ ਮੁਹੰਮਦ ਨਾਸਰ ਹੋਰਾਂ ਦਾ ਕਹਾਣੀ ਪਰਾਗਾ ਮੂਰਤਾਂ, ਔਰ ਪਰਛਾਵੇਂ ਕਹਾਣੀ ਪਰਾਗਾ ਸਾਬਰ ਅਲੀ ਸਾਬਰ ਹੋਰਾਂ ਦਾ ਤੇ ਪੁੱਖ ਉਹਨਾਂ ਦਾ ਹੁਣੇ ਛਪਿਆ। ਉਹਨਾਂ ਦੇ ਵਿੱਚ ਵੀ ਸਾਨੂੰ ਅਲਾਮਤ ਜਿਹੜੀ ਹੈ ਉਹ ਮਿਲਦੀ ਹੈ। ਤੁਸੀਂ ਡਾਕਟਰ ਸਾਹਿਬ ਇਹ ਦੱਸੋ, ਸਾਡੇ ਪੰਜਾਬ ਦੇ ਜਿਹੜੇ ਸ਼ਹਿਰ ਨੇ ਜਿਵੇਂ ਸਰਗੋਦਾ ਹੈ, ਗੁਜਰਾਂਵਾਲਾ ਹੈ, ਲਾਹੌਰ ਹੈ, ਪਿੰਡੀ ਹੈ, ਅਟਕ ਹੈ, ਮਲਕਵਾਲ, ਚਕਵਾਲ, ਜਿਹੜੇ ਵੱਡੇ ਵੱਡੇ ਸ਼ਹਿਰ ਨੇ, ਫੈਸਲਾਬਾਦ ਵਗੈਰਾ, ਜਿਨ੍ਹਾਂ ਦੇ ਵਿੱਚ ਪੰਜਾਬੀ ਅਦਬ ਜਿਹੜਾ ਇਸ ਵੇਲੇ ਆਪਣਾ ਅਰੂਜ ਫੜ ਰਿਹਾ, ਇਰਤਕਾ ਦੀਆਂ ਮੰਜ਼ਲਾਂ ਜਿਹੜਾ ਤੈਅ ਕਰ ਰਿਹਾ, ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੀ ਕਹਾਣੀ ਲਿਖੀ ਜਾ ਰਹੀ ਹੈ ਉਹ ਤੁਹਾਡੀ ਨਜ਼ਰ 'ਚ ਕਿਸ ਮੁਕਾਮ ਤੇ, ਕਿਸ ਥਾਂ ਤੇ ਖਲੋਤੀ ਹੋਈ ਹੈ? ਤੇ ਅਜੋਕੇ ਸਮੇਂ ਨੂੰ ਬਿਆਨੀਆ ਕਹਾਣੀ ਦੀ ਲੋੜ ਹੈ, ਅਲਾਮਤੀ ਕਹਾਣੀ ਦੀ ਲੋੜ ਹੈ, ਤਜਰੀਦੀ ਕਹਾਣੀ ਦੀ ਲੋੜ ਹੈ? ਕਿਹੜੀ ਕਹਾਣੀ ਹੈ ਜਿਹੜੀ ਸਾਡੇ ਮੁਆਸ਼ਰੇ ਨੂੰ ਬਿਆਨ ਕਰ ਰਹੀ ਹੈ, ਔਰ ਕਿਹੜੀ ਕਹਾਣੀ ਹੈ ਜਿਹੜੀ ਪੰਜਾਬੀ ਅਦਬ ਦੇ ਵਿੱਚ ਆਪਣਾ ਥਾਂ ਬਣਾ ਰਹੀ ਹੈ? ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਮੈਂ ਗੱਲ ਕਰਨ ਤੋਂ ਪਹਿਲੇ ਮੈਂ ਸ਼ੁਰੂ ਕਰਾਂਗਾ ਕੰਗਨਪੁਰ ਵਾਸਤੇ ਅਲੀ ਅਨਵਰ ਅਹਿਮਦ ਹੋਰਾਂ ਦਾ ਕਹਾਣੀ ਪਰਾਗੀ। ਉਹਨਾਂ ਦੇ ਕੰਗਨਪੁਰ ਦੇ ਅਲੀ ਅਨਵਰ ਅਹਿਮਦ ਅੱਜ ਦੀ ਤਾਰੀਖ ਤੱਕ ਸਭ ਤੋਂ ਵੱਧ ਕਹਾਣੀ ਪਰਾਗੇ ਅਲੀ ਅਨਵਰ ਅਹਿਮਦ ਹੋਰਾਂ ਦੇ ਆ ਚੁੱਕੇ ਨੇ। ਕੰਗਨਪੁਰ ਕਸੂਰ ਦਾ ਪਿੰਡ ਹੈ ਮੇਰਾ ਖਿਆਲ। ਜੀ ਕਸੂਰ ਦੇ ਕੋਲ ਹੀ ਹੈ, ਕਸੂਰ ਤੋਂ ਕੋਈ 30 ਕਿਲੋਮੀਟਰ ਅੱਗੇ। ਤੇ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਆਪਣੇ ਵਸੇਬ ਨਾਲ ਜੁੜੀਆਂ ਨੇ। ਕੀ ਬਾਤ ਹੈ। ਉਹਨਾਂ ਦੀਆਂ ਕਹਾਣੀਆਂ ਦੇ ਨਾਲ ਵਿੱਚ ਜਿੱਥੇ ਕਹਾਣੀ ਪਣ ਹੈ ਉਹਦੇ ਨਾਲ ਕੁਝ ਕਹਾਣੀਆਂ ਉਹਨਾਂ ਦੀਆਂ ਅਲਾਮਤ ਦੇ ਢੰਗ ਤੇ ਵੀ ਪੂਰੀਆਂ ਉਤਰਦੀਆਂ ਨੇ। ਤੁਸੀਂ ਪੁੱਛਿਆ ਕਿ ਅਗਰ ਅਲਾਮਤੀ, ਤਜਰੀਦੀ ਜਾਂ ਬਿਆਨੀਆਂ ਤੇ ਕਹਾਣੀ ਦੇ ਵਿੱਚ ਨਵੇਂ ਤਜਰਬੇ ਜਿਹੜੇ ਹੋ ਰਹੇ ਨੇ, ਅਜੇ ਤਜਰਬੇ ਕਹਾਣੀ ਨੂੰ ਹੋਰ ਅੱਗੇ ਲੈ ਕੇ, ਕਿਉਂਕਿ ਦੁਨੀਆ ਦੇ ਵਿੱਚ ਜਿਵੇਂ ਤਜਰਬੇ ਹੁੰਦੇ ਨੇ ਕਹਾਣੀ ਤੇ ਉਸੇ ਤਰ੍ਹਾਂ ਹੀ ਪੰਜਾਬੀ ਜ਼ੁਬਾਨ ਨੂੰ ਅਦਬ ਵੀ ਉਸ ਤਜਰਬਿਆਂ ਦੇ ਨਾਲ ਅੱਗੇ ਤੋਂ ਅੱਗੇ ਜੁੜ ਰਿਹਾ ਹੈ। ਨਵੇਂ ਨਾਵਲ ਲਿਖੇ ਜਾ ਰਹੇ ਨੇ, ਯਾਨੀ ਜਿਹੜੇ ਨਾਵਲ ਜਿਹੜੇ ਲਿਖੇ ਜਾ ਰਹੇ ਨੇ ਉਹਦੇ ਵਿੱਚ ਵੀ ਉਹੀ ਨਾਵਲ ਲਿਖੇ ਜਾ ਰਹੇ ਨੇ ਕਿ ਜਿਹੜੇ ਪੂਰੀ ਦੁਨੀਆ ਦੇ ਵਿੱਚ ਜਿਸ ਖੇਤਰ ਤਰ੍ਹਾਂ ਨਾਵਲ ਲਿਖੇ ਜਾ ਰਹੇ ਨੇ ਉਸੇ ਤਰ੍ਹਾਂ ਹੀ ਅੱਜ ਵੀ ਇੱਥੇ ਵੀ ਲਿਖੇ ਜਾ ਰਹੇ ਨੇ। ਕੰਗਨਪੁਰ ਵਾਸਤੇ ਅਲੀ ਅਨਵਰ ਅਹਿਮਦ ਹੋਰਾਂ ਦਾ ਜਿਹੜਾ ਕਹਾਣੀ ਪਰਾਗਾ ਆਇਆ ਸੀ ਪਹਿਲੇ, ਉਹ ਆਇਆ ਸੀ 2001 ਦੇ ਵਿੱਚ, ਇਨਸਾਨ ਤੇ ਸਭ। ਹੁਣ ਜਿਹੜਾ ਉਹਨਾਂ ਦਾ 2020 ਚ ਜਿਹੜਾ ਉਹਨਾਂ ਦਾ 14ਵਾਂ ਕਹਾਣੀ ਪਰਾਗਾ ਆਇਆ ਹੈ ਉਹ ਹੈ ਸੁਫਨੇ ਦਾ ਕੈਦੀ। ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਇਹ ਵਾਹਦ ਕਹਾਣੀਕਾਰ ਤੇ ਨਹੀਂ ਜਿਨ੍ਹਾਂ ਦੀਆਂ 14 ਕਹਾਣੀਆਂ ਪਰਾਗੇ। ਜੀ ਬਹੁਤ ਵਾਹਦ ਕਹਾਣੀਕਾਰ ਇਹੀ ਨੇ ਜਿਹੜੇ ਜਿਨ੍ਹਾਂ ਦੀਆਂ 14 ਕਹਾਣੀ ਪਰਾਗੇ ਛਪੇ ਨੇ। ਕੁਝ ਲੋਕ ਜਿਹੜੇ ਨੇ ਉਹ ਬਾਬੂ ਜਵੇਦ ਗਰਜਾਕੀ ਹੋਰਾਂ ਨੂੰ ਵੀ ਇਸ ਪੇੜ ਵਿੱਚ ਲਿਆਂਦੇ ਨੇ ਕਿ ਉਹਨਾਂ ਦੀਆਂ 21 ਕਹਾਣੀ ਦੀਆਂ ਕਿਤਾਬਾਂ ਨੇ। ਪਰ ਮੈਂ ਫਿਰ ਅਰਜ਼ ਕਰਾਂਗਾ ਕਿ ਮੈਂ ਸਿਰਫ ਕਹਾਣੀ ਦੀ ਜੇ ਗੱਲ ਕਰਾਂ ਤੇ ਮੈਨੂੰ ਅਲੀ ਅਨਵਰ ਅਹਿਮਦ ਹੋਰੀ ਹੀ ਕਹਾਣੀ ਪਰਾਗਿਆਂ ਦੇ ਵਿੱਚ ਸਭ ਤੋਂ ਵੱਧ ਕਹਾਣੀ ਪਰਾਗੇ ਲਿਖਦੇ ਹੋਏ ਨਜ਼ਰ ਆਉਂਦੇ ਨੇ। ਫੈਸਲਾਬਾਦ ਜਿਹੜੇ ਨੇ ਅਲੀ ਅਖਤਰ ਹੋਮਨ ਦਾ ਦੁੱਖ, ਉਹਨਾਂ ਦਾ ਕਹਾਣੀ ਪਰਾਗਾ ਉਹ ਅੱਜ ਵੀ ਜਿਹੜੇ ਨੇ ਉਹ ਕਹਾਣੀ ਦੇ ਨਾਲ ਜੁੜੇ ਹੋਏ ਨੇ। ਇਜਾਜ਼ ਹੈ ਉੱਥੋਂ ਦਾ, ਉਹ ਕਹਾਣੀ ਪਰਾਗਾ ਉਹ ਲਿਖ ਰਹੇ ਨੇ, ਕਹਾਣੀਆਂ ਲਿਖਦੇ ਪਏ ਨੇ। ਇਸੇ ਤਰ੍ਹਾਂ ਉੱਥੇ ਹੀ ਗੁਲਾਮ ਮੁਸਤਫਾ ਹੈ, ਸਾਂਝੀ ਕਾਦ ਉਹਨਾਂ ਦਾ ਕਹਾਣੀ ਪਰਾਗਾ ਆਇਆ। ਲਾਹੌਰ ਦੇ ਵਿੱਚ ਜ਼ੁਬੈਰ ਅਹਿਮਦ, ਨੈਣ ਸੁਖ, ਮੁਦੱਸਰ ਬਸ਼ੀਰ, ਸੁਗਰਾ ਸਦਫ ਵਰਗੇ ਜਿਹੜੇ ਕਹਾਣੀਕਾਰ ਨੇ ਉਹ ਲਿਖ ਰਹੇ ਨੇ। ਹੋਰ ਇਸ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਕਹਾਣੀਕਾਰ ਨੇ ਜਿਨ੍ਹਾਂ ਦੇ ਕਹਾਣੀ ਪਰਾਗੇ ਨਹੀਂ ਛਪੇ ਪਰ ਉਹ ਕਹਾਣੀ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ। ਔਰ ਮੈਂ ਆਪਣੇ ਸੁਣਨ ਵਾਲਿਆਂ ਦੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਮੈਨੂੰ ਪੂਰਾ ਮਾਣ ਹੈ, ਇਸ ਗੱਲ ਤੇ ਪੂਰਾ ਯਕੀਨ ਹੈ ਕਿ ਤੁਹਾਨੂੰ ਡਾਕਟਰ ਕਰਾਮਤ ਮੁਗਲ ਹੋਰਾਂ ਦੀਆਂ ਗੱਲਾਂ, ਕਹਾਣੀ ਦਾ ਸਫ਼ਰ, ਪੰਜਾਬੀ ਕਹਾਣੀ ਦੀ ਗੱਲ, ਪੰਜਾਬੀ ਕਹਾਣੀ ਦਾ ਇਰਤਕਾ, ਇਹਦੀ ਟੋਰ ਔਰ ਅੱਡੋ-ਅੱਡ ਸ਼ਹਿਰ ਵਿੱਚ ਕਹਾਣੀ ਲਿਖਣ ਵਾਲੇ ਜਿਹੜੇ ਸਾਡੇ ਜਵਾਨ ਨੇ, ਕਹਾਣੀਕਾਰ ਨੇ, ਉਹਨਾਂ ਦੇ ਉੱਤੇ ਅਸੀਂ ਗੱਲਬਾਤ ਰਹੇ ਨੇ। ਤੁਹਾਨੂੰ ਮਜ਼ਾ ਆਵੇਗਾ। ਬਸ ਇੱਕ ਨਈ ਬ੍ਰੇਕ ਲੈ ਲਈਏ। मियां नजर नहीं आ रहे तुम्हारे?
छुट्टी है ना, गए हैं दोस्तों के साथ अपना वक्त खराब करने। नए पड़ोसी कैसे हैं तुम्हारे? हैं अपनी दुनिया में मगन। इतने दिनों में आते जाते मुलाकात नहीं हुई तुम्हारी? हुई थी। अस्सलाम वालेकुम। बेगम साहिबा ने मुझे देखते ही दरवाजा धड़ से बंद कर दिया। बदतमीज। और क्या, उस दिन गैलरी से फ्लाइंग किस दिए जा रहे थे। अल्लाह तौबा। अरे सब्जी तक तो खुद खरीदती नहीं है, वो भी लड़का लाके देता है। मुझे तो यकीन है खाना भी वही बनाता होगा। वैसे चेहरे से तो बहुत मासूम लगती है। अरे कौन आ गया इस वक्त? अस्सलाम वालेकुम। वालेकुम सलाम। ये क्या है? जी ये खाना बहुत अच्छा बनाती है तो हमने सोचा कि आपसे। अच्छा आओ अंदर आ जाओ। जी। फुर्सत मिल गई पड़ोसियों से मिलने की। इतना अच्छा खाना बना लेती हो, दो चार अच्छी बातें भी कर लिया करो। सलाम दुआ कुछ नहीं सिखाया घर वालों ने? सिखाया ना, इतना अच्छा खाना बनाती है। वैसे भी आपको इसकी सलाम दुआ कुछ समझ नहीं आएगी। तो ऐसी भी कौन सी जबान बोलती है तुम्हारी बीवी? बस बोलती तो नहीं, बचपन से। साथ दोनों रहे जिंदगी की तरह होके खालिस मिले हर खुशी की तरह। गहरा रिश्ता है वो दोस्ती की तरह, जो जरा ध्यान दे, जो छुए जान ले, है भरोसा यहाँ। थैंक यू बोल रही है आपको। अपने जायके से इतना कुछ कह जाती हो और तुम कहते हो कि बोलती नहीं। जो चले जान ले, जायके की जुबान। ऐसे ही बोलती रहो। अहमद फूड्स, जायके की ज़बान। ये लेंसेज पहनती है? जी। कौन से नंबर के? 2.5। करीब या दूर? पता नहीं क्यों। इसलिए पूछ रहे हैं कि पहली दफा तुझे बगैर लेंस के तो नहीं देख लिया। माशाल्लाह यार, बहुत हैरान है बच्चे। लेकिन एक मसला है, उससे जॉइंट फैमिली से प्रॉब्लम है। इसकी बर्थडे कब है? कमिंग सून। जी एक वक्फे तो बाद असी फिर ਤੁਹਾਡੇ ਸਾਹਮਣੇ ਆ। ਗੱਲਬਾਤ ਜਾਰੀ ਹੈ। ਡਾਕਟਰ ਕਰਾਮਤ ਮੁਗਲ ਸਾਨੂੰ ਦੱਸ ਰਹੇ ਸਨ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਕਿਹੜੇ ਕਿਹੜੇ ਕਹਾਣੀਕਾਰ ਬੈਠੇ ਕਹਾਣੀ ਲਿਖ ਰਹੇ ਨੇ ਔਰ ਉਹ ਸਾਡਾ ਮਾਣ ਨੇ, ਸਾਡੇ ਮਤ ਸਿਰ ਦਾ ਤਾਜ ਨੇ, ਕਿਉਂਕਿ ਪੰਜਾਬੀਅਤ ਦੇ ਵਿੱਚ ਜਿਹੜੀ ਸ਼ੈ ਦੀ ਲੋੜ ਹੈ ਉਹਨੂੰ ਉਹ ਦੇ ਰਹੇ ਨੇ। ਡਾਕਟਰ ਸਾਹਿਬ ਇਹ ਦੱਸੋ, ਜਿਹੜੇ ਅੱਜ ਕੱਲ੍ਹ ਪੰਜਾਬੀ ਪਰਚੇ ਰਸਾਲੇ ਛਪ ਰਹੇ ਨੇ ਕਿਹੜੇ ਕਿਹੜੇ ਨੇ, ਤੇ ਉਹਨਾਂ ਵਿੱਚ ਜਿਹੜੀ ਕਹਾਣੀ ਛਪ ਰਹੀ ਹੈ ਉਹ ਕੌਣ ਕੌਣ ਲਿਖ ਰਿਹਾ ਹੈ, ਕਿਹੜਾ ਕਿਹੜਾ ਕਹਾਣੀ ਛਾਪ ਰਿਹਾ ਹੈ,
ਕਹਾਣੀ ਕਿੱਥੇ ਖਲੋਤੀ ਹੈ ਸਾਡੇ ਜਿਹੜੇ ਸ਼ਮਾਰੇ ਨੇ ਉਹਨਾਂ ਦੇ ਵਿੱਚ, ਔਰ ਕਿਹੜੇ ਜਿਹੜੇ ਨੇ ਸ਼ਮਾਰੇ ਆ ਰਹੇ ਨੇ? ਪੰਜਾਬੀ ਪਰਚਾਕਾਰੀ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਪੰਜਾਬੀ ਦੇ ਵਿੱਚ 2 ਅਖਬਾਰ ਜਿਹੜੇ ਨੇ ਉਹ ਛਪ ਰਹੇ ਨੇ, ਜਿਨ੍ਹਾਂ ਵਿੱਚ ਲੋਕਾਈ ਜਮੀਲ ਅਹਿਮਦ ਪਾਲ, ਇਜਾਜ਼ ਅਹਿਮਦ ਪਾਲ ਹੋਰੀ ਕੱਢਦੇ ਪਏ ਨੇ ਜੀ, ਠੀਕ ਹੈ। ਭੁਲੇਖਾ ਜਿਹੜਾ ਹੈ ਡਾਕਟਰ ਮੁਦੱਸਰ ਇਕਬਾਲ ਭੱਟ ਸਾਹਿਬ ਕੱਢਦੇ ਪਏ ਨੇ। ਉਹਨਾਂ 2 ਅਖਬਾਰ ਜਿਹੜੇ ਨੇ ਉਹ ਰੋਜ਼ਵਾਰ। ਇਸ ਤੋਂ ਇਲਾਵਾ ਪਰਚੇ ਜਿਹੜੇ ਛਪ ਰਹੇ ਨੇ ਉਹਨਾਂ 'ਚ ਰਵੇਲ ਕੁਝ ਚਿਰ ਛਪਦਾ ਰਿਹਾ, ਸਵੇਰ ਇੰਟਰਨੈਸ਼ਨਲ ਜਮੀਲ ਅਹਿਮਦ ਪਾਲ ਹੋਰਾਂ ਨੇ 2013 ਤੋਂ ਬਾਅਦ ਕੋਈ ਪਰਚਾ ਨਹੀਂ ਆਇਆ। ਉਸ ਦੇ ਨਾਲ ਪੰਚਮ ਜਿਹੜਾ ਪਰਚਾ ਹੈ ਜਿਹੜੇ ਨੇ ਉਹ ਮਕਸੂਦ ਸਾਕਬ ਸਾਹਿਬ ਹੋਰੀ ਉਹ ਕੱਢ ਰਹੇ ਨੇ। ਉਹਦੇ ਵਿੱਚ ਤਗੜੀ ਕਹਾਣੀ, ਕਿਉਂਕਿ ਉਹ ਖੁਦ ਵੀ ਕਹਾਣੀਕਾਰ ਨੇ ਔਰ ਤਗੜੀ ਕਹਾਣੀ ਜਿਹੜੀ ਹੈ ਉਹਦੇ ਵਿੱਚ ਹੁੰਦੀ ਸ਼ਾਮਿਲ। ਫਿਰ ਅੱਛਾ, ਤਗੜੀ ਕਹਾਣੀ ਤਰਜਮਾ ਵੀ ਹੁੰਦਾ, ਲਿਪੀ ਅੰਤਰ ਵੀ, ਔਰ ਹੋਰ ਜ਼ੁਬਾਨਾਂ ਜਿਹੜੀਆਂ ਨੇ ਆਲ ਦੁਆਲੇ ਦੀਆਂ ਜਿਹੜੀਆਂ ਜ਼ੁਬਾਨਾਂ ਨੇ, ਸਿੰਧੀ, ਬਲੋਚੀ, ਪਸ਼ਤੋ, ਉਹਨਾਂ ਜ਼ੁਬਾਨਾਂ ਦੇ ਵੀ ਤਰਜਮੇ ਉਹਦੇ ਵਿੱਚ ਸ਼ਾਮਿਲ ਹੁੰਦੇ ਨੇ। ਇਸ ਦੇ ਨਾਲ ਲਹਿਰਾ ਹੈ ਉਹ ਆਪਣਾ ਭਰਪੂਰ ਕਿਰਦਾਰ ਅਦਾ ਕਰਦਾ ਪਿਆ। ਉਹ ਆਪਣੇ ਹਰ ਮਹੀਨੇ ਕੋਈ ਨਾ ਕੋਈ ਚੰਗੀ ਕਹਾਣੀ ਜਿਹੜੀ ਹੈ ਉਹ ਆਪਣੇ ਸ਼ਾਮਿਲ ਕਰਦੇ ਨੇ ਆਪਣੇ ਪਰਚੇ ਵਿੱਚ। ਇਸੇ ਤਰ੍ਹਾਂ ਲਿਖਾਰੀ ਦਾ ਇੱਕ ਬਹੁਤ ਅੱਛਾ ਕਿਰਦਾਰ ਰਿਹਾ ਹੈ। ਚਾਨਣ ਜਿਹੜਾ ਹੈ ਗਰਜਾਖ ਇੱਕ ਰਿਸਾਲਾ ਹੈ, ਉਹ ਉਹਦੇ ਵਿੱਚ ਫਾਰੂਕ ਹੈਦਰ ਉਹਦੇ 'ਚ ਵੀ ਇੱਕ ਅੱਛੀਆਂ ਕਹਾਣੀਆਂ। ਇਸੇ ਤਰ੍ਹਾਂ ਵੰਗਾ ਜਿਹੜਾ ਕਹਾਣੀਕਾਰ ਅਟਕ ਤੋਂ ਉਹਦੇ ਵਿੱਚ ਸਕਲੈਨ ਬਾਸ ਸਾਹਿਬ ਜਿਹੜੇ ਛਾਪ ਰਹੇ ਨੇ, ਉਹਦੇ 'ਚ ਵੀ ਕਹਾਣੀ ਜਿਹੜੀ ਹੈ ਉਹ ਆ ਰਹੀ ਹੈ। ਸਰਕਾਰੀ ਇਦਾਰੇ ਪਿਲਾਕ ਵੱਲੋਂ ਛਪ ਰਹੇ ਪਰਚੇ ਤ੍ਰਿੰਜਨ ਦੇ ਵਿੱਚ ਵੀ ਸੋਹਣੀਆਂ ਕਹਾਣੀਆਂ ਜਿਹੜੀਆਂ ਨੇ ਉਹ ਮਿਲਦੀਆਂ ਨੇ, ਉਹ ਲਿਖ ਰਹੇ ਨੇ, ਉਹ ਕੰਮ ਕਰ ਰਹੇ ਨੇ। ਯਾਨੀ ਅੱਗੇ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ, ਕਹਾਣੀ ਦੇ ਉੱਤੇ ਤਨਕੀਦ ਦੇ ਹਵਾਲੇ ਨਾਲ ਥੋੜਾ ਕੰਮ ਹੋ ਰਿਹਾ ਹੈ, ਔਰ ਉਹ ਇਹੀ ਰਿਸਾਲੇ ਜਿਹੜੇ ਨੇ ਉਹ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਯੋਗਦਾਨ ਜਿਹੜਾ ਉਹਦੇ ਵਿੱਚ ਕਰ ਰਹੇ ਨੇ, ਔਰ ਇਸੇ ਲਿਖਦੇ ਪਏ ਨਵੀਆਂ ਕਿਤਾਬਾਂ ਦੇ ਉੱਤੇ ਤਬਸਰੇ ਜਿਹੜੇ ਨੇ ਹੁੰਦੇ ਨੇ, ਔਰ ਨਵੀਆਂ ਕਹਾਣੀਆਂ ਜਿਹੜੀਆਂ ਨੇ ਉਹ ਪੜ੍ਹਨ ਨੂੰ ਮਿਲਦੀਆਂ ਨੇ। ਡਾਕਟਰ ਸਾਹਿਬ, ਇੰਨੇ ਅਖਬਾਰ ਛਪਦੇ ਨੇ ਪਏ, ਉਹਨਾਂ 'ਚ ਕਹਾਣੀਆਂ ਛਪ ਰਹੀਆਂ ਨੇ, ਕਹਾਣੀ ਫੇਰ ਵੀ ਅਰੂਜ ਕਿਉਂ ਨਹੀਂ ਫੜਦੀ ਪਈ? ਕੀ ਵਜ੍ਹਾ ਹੈ? ਅੱਛਾ, ਕਹਾਣੀ 2014 ਦੇ ਵਿੱਚ ਇੱਕ ਇੰਟਰਨੈਸ਼ਨਲ ਅਵਾਰਡ ਸ਼ੁਰੂ ਹੋਇਆ ਜਿਹਦਾ ਨਾਮ ਰੱਖਿਆ ਗਿਆ ਟਾਹਾਂ ਅਵਾਰਡ। ਅੱਛਾ, ਉਹਦੇ ਬਾਅਦ ਇੱਕ ਦਿਲਚਸਪ ਗੱਲ ਇਹ ਹੋਈ ਕਿ ਜਿਹੜੇ ਕਹਾਣੀਕਾਰ 24 ਸਾਲ ਹੋ ਗਏ ਸਨ ਜਿਨ੍ਹਾਂ ਨੇ ਕਹਾਣੀ ਪਰਾਗਾ ਨਹੀਂ ਸੀ ਲਿਖਿਆ, ਉਹਨਾਂ ਨੇ ਵੀ ਕਹਾਣੀ ਲਿਖਣਾ ਸ਼ੁਰੂ ਕਰਤੀ। ਇਹਦੇ ਵਿੱਚ ਡਾਕਟਰ ਨਾਸਰ ਬਲੋਚ ਹੋਰਾਂ ਦਾ ਨਾਮ ਲਿਆ ਜਾ ਸਕਦਾ ਕਿ ਉਹਨਾਂ ਦੀ ਇੱਕੋ ਕਿਤਾਬ ਆਈ ਸੀ ਸੀਤੀਆਂ ਅੱਖਾਂ ਵਾਲੇ 1986 ਦੇ ਵਿੱਚ। ਲੇਕਿਨ ਇਹ ਜਦੋਂ ਇਨਾਮੀ ਮੁਕਾਬਲਾ ਸ਼ੁਰੂ ਹੋਇਆ ਤਾਂ ਉਹਨਾਂ ਦੀ ਵੀ ਕਹਾਣੀ ਪਰਾਗਾ 2016-17 ਦੇ ਵਿੱਚ ਉਹਨਾਂ ਨੇ ਕਹਾਣੀ ਪਰਾਗਾ ਸਾਹਮਣੇ ਲੈਣ ਦਾ। ਅੱਛਾ, 2014 ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਬਿਹਤਰੀ ਵਾਲੇ ਪਾਸੇ ਆਏ ਨੇ, ਹੋਰ ਜ਼ੁਬਾਨਾਂ ਦੇ ਲਿਖਣ ਵਾਲੇ ਵੀ ਇਧਰ ਵਾਲੇ ਪਾਸੇ ਆ ਗਏ ਨੇ। ਇਹਦਾ ਕ੍ਰੈਡਿਟ ਜਿਹੜਾ ਹੈ ਉਹ ਟਾਹਾਂ ਅਵਾਰਡ ਨੂੰ ਵੀ ਜਾਂਦਾ ਹੈ। ਨਾਲ ਹੁਣ ਲੋਕਾਂ ਨੂੰ ਥੋੜੀ ਜੀ ਸੁਰਤ ਆ ਗਈ ਹੈ, ਉਹ ਆਪਣੀ ਜ਼ੁਬਾਨ ਨਾਲ ਕਮਿਟਡ ਹੋ ਗਏ ਨੇ, ਜੁੜ ਰਹੇ ਨੇ ਦੁਬਾਰਾ। ਹਾਂਜੀ, ਜ਼ੁਬਾਨ ਦੇ ਨਾਲ ਜੁੜ ਰਹੇ ਨੇ। ਯਾਨੀ ਕਿ ਤੁਸੀਂ ਦੇਖੋਗੇ ਕਿ ਸ਼ਾਇਰੀ ਦੇ ਵਿੱਚ, ਨਜ਼ਮ ਦੇ ਵਿੱਚ, ਨਸਰ ਦੇ ਵਿੱਚ ਜਾਂ ਹੋਰ ਕਿਸੇ ਖੇਤਰ ਦੇ ਵਿੱਚ ਨਵੇਂ ਤਜਰਬੇ ਜਿਹੜੇ ਹੋ ਰਹੇ ਨੇ, ਔਰ ਆਪਣੀ ਜ਼ੁਬਾਨ ਦੇ ਵਿੱਚ। ਔਰ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਆਪਣੀ ਜ਼ੁਬਾਨ ਬੋਲਦਿਆਂ ਹੋਇਆਂ ਲਿਖਦਿਆਂ ਹੋਏ ਸ਼ਰਮਾਂਦਾ ਨਹੀਂ। ਔਰ ਜਿਹੜਾ ਅੱਜ ਤੋਂ 20 ਸਾਲ ਪਹਿਲੇ ਜਿਹੜੇ ਹਾਲਾਤ ਜਿਹੜੇ ਨੇ ਉਹ ਡਿਫਰੈਂਟ ਸੀ। ਲੇਕਿਨ ਹੁਣ ਜਿਹੜੇ ਨੇ, ਜਿਵੇਂ ਮੀਡੀਆ ਨੇ ਤਰੱਕੀ ਕੀਤੀ, ਜਿਵੇਂ ਹਾਲਾਤ ਜਿਹੜੇ ਨੇ ਬਦਲੇ, ਜਿਵੇਂ ਸਰਕਾਰੀ ਤੌਰ ਤੇ ਵੀ ਥੋੜਾ ਜਿਹਾ ਜਿਹੜਾ ਹਾਲਾਤ ਜਿਹੜੇ ਨੇ ਉਹ ਬਿਹਤਰ ਹੋਣਾ ਸ਼ੁਰੂ ਹੋਏ। ਸਰਕਾਰੀ ਇਦਾਰਿਆਂ ਨੇ ਪੰਜਾਬੀ ਰਿਸਾਲੇ ਛਾਪੇ, ਪੰਜਾਬੀ ਲਿਖਾਰੀਆਂ ਨੂੰ ਇਨਾਮ ਦਿੱਤੇ। ਉਹਦੇ ਬਾਅਦ ਪਿਲਾਕ ਨੇ ਬਹੁਤ ਅੱਛੇ 1 ਲੱਖ ਰੁਪਏ ਦਾ ਇਨਾਮ ਜਿਹੜਾ ਪਹਿਲੇ ਨੰਬਰ ਵਾਲੇ ਲਿਖਾਰੀ ਨੂੰ ਦਿੱਤਾ, ਔਰ ਉਹ ਵੀ ਅਲੀ ਅਨਵਰ ਅਹਿਮਦ ਹੋਰਾਂ ਨੇ ਪਹਿਲਾ ਇਨਾਮ ਜਿਹੜਾ ਜਿੱਤੇ ਸੀ। ਉਸ ਇਨਾਮ ਦਾ ਨਾਂ ਸ਼ਫਕਤ ਮਿਰਜ਼ਾ ਅਵਾਰਡ ਰੱਖਿਆ ਗਿਆ। ਉਹਦੇ ਬਾਅਦ ਨਵੇਂ ਲਿਖਣ ਵਾਲੇ ਆ ਗਏ। ਜਿਹੜੇ ਇਨਾਮ ਨੇ ਉਹ ਇਨਾਮਾਂ ਦੇ ਨਾਲ ਲਿਖਾਰੀ ਨੂੰ ਥੋੜਾ ਜਿਹਾ ਹੌਸਲਾ ਵੀ ਮਿਲਦਾ ਹੈ, ਉਹਦੇ ਕੰਮ ਨੂੰ ਸਲਾਹ ਵੀ ਜਾਂਦਾ ਹੈ। ਇਸੇ ਤਰ੍ਹਾਂ ਮਸੂਦ ਖੱਦਰਪੋਸ਼ ਅਵਾਰਡ ਚੱਲ ਰਿਹਾ ਸੀ, ਉਹ ਪਿਛਲੇ 2 ਸਾਲ ਤੋਂ ਨਹੀਂ ਹੋ ਰਿਹਾ। ਅਫਜ਼ਲ ਰਾਜ ਹੋਰਾਂ ਨੇ ਕਾਂਗਾ ਅਵਾਰਡ ਜਿਹੜਾ ਉਹ ਦੇਣਾ ਸ਼ੁਰੂ ਕੀਤਾ। ਉਹ ਹੋਰ ਵੀ ਬਾਬਾ ਫਰੀਦ ਅਵਾਰਡ ਸ਼ੁਰੂ ਹੋਇਆ। ਪਿਲਾਕ ਵਾਲਿਆਂ ਦੇ ਵੱਖ-ਵੱਖ ਖੇਤਰਾਂ ਦੇ ਅਵਾਰਡ ਸ਼ੁਰੂ ਹੋਏ। ਇਹਦੇ ਨਾਲ ਪੰਜਾਬੀ ਕਹਾਣੀ ਲਿਖਣ ਵਾਲੇ ਪਾਸੇ ਲੋਕ ਵੱਧ ਤੋਂ ਵੱਧ ਆਣਾ ਸ਼ੁਰੂ ਹੋ ਗਏ। ਡਾਕਟਰ ਸਾਹਿਬ, ਪਰਚੇ ਛਪ ਰਹੇ ਨੇ, ਤੁਸੀਂ ਵੀ ਕੋਈ ਪੰਜਾਬੀ ਦੇ ਵਿੱਚ ਪਰਚਾ ਛਾਪਿਆ ਜਾਂ ਛਾਪ ਰਹੇ ਹੋ ਜਾਂ ਕੰਮ ਕਰਦੇ ਹੋ? ਜੀ, ਮੈਂ ਜੁਲਾਈ 2007 ਤੋਂ ਰਵੇਲ ਜਿਹੜਾ ਪਰਚਾ 15 ਵਾਰ ਸ਼ੁਰੂ ਕੀਤਾ। ਠੀਕ। ਰਵੇਲ 15 ਵਾਰ ਬਕਾਇਦਾ ਆਂਦਾ ਰਿਹਾ। 2012-13 ਦੇ ਵਿੱਚ ਇਹਨੂੰ ਮਹੀਨਾਵਾਰ ਕਰਤਾ ਗਿਆ,
ਔਰ ਮਹੀਨਾਵਾਰ ਫਿਰ ਛਪਦਾ ਰਿਹਾ 2017 ਤੱਕ ਇਹ ਮਹੀਨਾਵਾਰ ਛਪਦਾ ਰਿਹਾ। ਉਹਦੇ ਵਿੱਚ ਕਹਾਣੀਆਂ, ਨਾਵਲ, ਲਿਪੀ ਅੰਤਰ, ਤਰਜਮਾ, ਫੀਚਰ ਚੀਜ਼ਾਂ ਜਿਹੜੀਆਂ ਸ਼ਾਇਰੀ ਉਹ ਛਪਦੀ ਰਹੀ। ਐਸੇ ਦੌਰਾਨ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਪੜ੍ਹਨ ਦੇ ਨਾਲ ਅੱਜ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਡਿਜੀਟਲਾਈਜੇਸ਼ਨ ਜਿਹੜੀ ਦੁਨੀਆ ਹੋ ਰਹੀ, ਪੂਰੀ ਦੁਨੀਆ ਇੱਕ ਡਿਜੀਟਲਾਈਜ਼ਡ ਹੋ ਚੁੱਕੀ ਹੈ। ਤੇ ਉਸੇ ਹਵਾਲੇ ਨਾਲ ਮੈਂ ਇੱਕ ਵੈਬਸਾਈਟ www.reveal.org ਦੇ ਨਾਲ ਮੈਂ ਹੁਣ ਉਹ ਜਿਹੜਾ ਸਾਡੇ ਸੁਣਨ ਵਾਲੇ ਨੂੰ ਫਿਰ ਦੱਸੋ www.reveal.org ਇਹ ਇੱਕ ਰਿਸਾਲਾ ਹੈ ਜਿਹਦੇ ਵਿੱਚ ਖਬਰਾਂ, ਰੋਜ਼ ਦਿਹਾੜ ਦੀਆਂ ਖਬਰਾਂ, ਫੀਚਰ, ਕਾਲਮ, ਕਹਾਣੀਆਂ, ਨਾਵਲ, ਮਜ਼ਹਬੀ ਲਿਖਤਾਂ, ਇਸ ਦੇ ਨਾਲ ਬਾਲ ਅਦਬ ਤੇ ਤਰਜਮੇ ਜਿਹੜੇ ਵੱਖ-ਵੱਖ ਜਿਹੜੇ ਨੇ ਇਹਦੇ ਵਿੱਚ ਛਪਦੇ ਰਹਿੰਦੇ ਨੇ। ਯਾਨੀ ਇਹਦੇ ਵਿੱਚ ਰੋਜ਼ ਦੀ ਤਾਦਾਦ ਦੇ ਵਿੱਚ 4 ਤੋਂ 5 ਚੀਜ਼ਾਂ ਜਿਹੜੀਆਂ ਰੋਜ਼ ਲਾਤੀਆਂ ਜਾਂਦੀਆਂ ਨੇ ਔਰ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਪੂਰੀ ਦੁਨੀਆ ਤੋਂ ਨਾਲ ਜੁੜਦੇ ਪਏ ਨੇ। ਇੰਡੀਆ ਤੋਂ ਬਹੁਤ ਜ਼ਿਆਦਾ ਲਿਖਾਰੀ ਉਹਨਾਂ ਦੇ ਲਿਖਤਾਂ ਇੱਥੇ ਛਪ ਜਾਂਦੀਆਂ ਨੇ। ਕੈਨੇਡਾ ਜਿਹੜਾ ਪੰਜਾਬੀ ਵਸਦਾ ਹੈ ਜਾਂ ਜਰਮਨ ਵਸਦਾ ਜਾਂ ਆਸਟ੍ਰੇਲੀਆ ਵਸਦਾ ਹੈ ਉਹ ਈਮੇਲ ਦੇ ਜ਼ਰੀਏ ਸਾਨੂੰ ਕਹਾਣੀ, ਆਪਣੀ ਸ਼ਾਇਰੀ, ਆਪਣੇ ਕੋਈ ਕਾਲਮ, ਆਪਣਾ ਕੋਈ ਮਜ਼ਮੂਨ ਇਹਦੇ 'ਚ ਭੇਜ ਦਿੰਦਾ ਹੈ, ਜਿਹਦੇ ਨਾਲ ਪੂਰੀ ਦੁਨੀਆ ਦੇ ਨਾਲ ਜੁੜਤ ਹੋ ਜਾਂਦੀ ਹੈ। ਕਿ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਪੰਜਾਬੀ ਜਿੱਥੇ ਵੀ ਹੈ ਨੇ ਉਸ ਨੂੰ ਸ਼ਾਹਮੁਖੀ ਦੇ ਵਿੱਚ ਵੀ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਨਾਲ ਜੋੜਿਆ ਜਾਏ। ਗੁਰਮੁਖੀ ਦੇ ਵਿੱਚ ਤੇ ਬਹੁਤ ਜ਼ਿਆਦਾ ਵੈਬਸਾਈਟਸ ਮੌਜੂਦ ਨੇ, ਕਿਤਾਬਾਂ ਵੈਬਸਾਈਟ ਤੇ ਪਈਆਂ ਨੇ, ਲੇਕਿਨ ਸ਼ਾਹਮੁਖੀ ਦੇ ਵਿੱਚ ਹਾਲੇ ਕੰਮ ਥੋੜਾ ਹੈ। ਕੋਸ਼ਿਸ਼ ਕੀਤੀ ਗਈ ਵਿਚਾਰ.com ਵਾਲਿਆਂ ਨੇ ਸ਼ੁਰੂ ਕੀਤੀ ਹੈ, ਇਸ reveal.org ਨੇ ਵੀ ਇਸ ਨੂੰ ਕੋਸ਼ਿਸ਼ ਸ਼ੁਰੂ ਕੀਤੀ ਹੈ ਕਿ ਨਵੇਂ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਡਿਜੀਟਲਾਈਜ਼ ਕੀਤਾ ਜਾਏ ਔਰ ਡਿਜੀਟਲ ਪਲੇਟਫਾਰਮ ਜਿਹੜੇ ਨੇ ਉਹਨਾਂ ਨੂੰ ਦਿੱਤੀ ਜਾਏ। ਇਹਦੇ ਨਾਲ ਇੱਕ ਕੁਇਕ ਰਿਸਪੌਂਸ ਜਿਹੜਾ ਪੂਰੀ ਦੁਨੀਆ ਦੇ ਵਿੱਚੋਂ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਡਾਕਟਰ ਸਾਹਿਬ ਨੇ ਸਾਨੂੰ ਕਹਾਣੀ ਦੇ ਬਾਰੇ, ਕਹਾਣੀ ਦੀ ਟੋਰ ਦੇ ਬਾਰੇ, ਸਾਡੇ ਪੰਜਾਬ ਦੇ ਅੱਡੋ-ਅੱਡ ਸ਼ਹਿਰਾਂ ਦੇ ਵਿੱਚ ਕਹਾਣੀ ਲਿਖਣ ਵਾਲਿਆਂ ਦੇ ਬਾਰੇ, ਕਹਾਣੀ ਦੀ ਨਵੇਂਪਨ ਦੇ ਬਾਰੇ, ਉਹਦੀ ਇਲਾਮਤ, ਉਹਦੀ ਤਜਰੀਦੀਅਤ, ਉਹਦੇ ਬਿਆਨੀਆਂ ਹੋਣ ਦੇ ਬਾਰੇ ਔਰ ਸਾਡੀ ਪਰਚਾਕਾਰੀ ਦੇ ਬਾਰੇ, ਪੰਜਾਬੀ ਦੇ ਵਿੱਚ ਹੋਣ ਵਾਲੇ ਕੰਮਾਂ ਦੇ ਬਾਰੇ ਸਾਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਅਗਾਹੀ ਦਿੱਤੀ ਔਰ ਫਿਰ ਦੱਸਿਆ ਕਿ ਹੁਣ ਰੋਜ਼ਵਾਰ ਦੇ ਤੌਰ ਤੇ ਉਹ ਕਿਹੜੇ ਕੰਮ ਸ਼ੁਰੂ ਕਰ ਰਹੇ ਨੇ। ਡਾਕਟਰ ਸਾਹਿਬ ਤੁਸੀਂ ਕਹਾਣੀ ਲਿਖੀ, ਕਿਆ ਕੋਈ ਨਾਵਲ ਵੀ ਲਿਖਿਆ? ਜੀ, ਮੇਰਾ ਇੱਕ ਨਾਵਲ ਰੀਸੈਂਟਲੀ ਛਪਿਆ ਹੈ, ਉਸ ਦਾ ਨਾਮ ਹੈ ਪ੍ਰੋਫੈਸਰ। ਬੜਾ ਵੱਖਰਾ ਜਿਹਾ ਨਾਮ ਜੀ। ਮੈਂ ਔਰ ਇਹਦੇ ਵਿੱਚ ਇੱਕੋ ਹੀ ਕਰੈਕਟਰ ਹੈ ਪ੍ਰੋਫੈਸਰ। ਉਹ ਆਪਣੇ ਫਲੈਸ਼ਬੈਕ 'ਚ ਜਾ ਕੇ ਉਹਦੇ ਨਾਲ ਉਹਦੇ ਜਿਹੜਾ ਮਾਜ਼ੀ ਹੈ ਉਹਦੇ ਨਾਲ ਕੀ ਬੀਤਦੀ ਰਹੀ ਔਰ ਫਿਰ ਅੱਜ ਦੇ ਵੇਲੇ ਦੇ ਵਿੱਚ ਜਿਹੜੇ ਹਾਲਾਤ ਨੇ ਆਲੇ ਦੁਆਲੇ ਕਾਲਜ ਦੇ ਵਿੱਚ, ਪ੍ਰਾਈਵੇਟ ਸੈਕਟਰ 'ਚ, ਸਰਕਾਰੀ ਇਦਾਰੇ ਦੇ ਵਿੱਚ ਕੀ ਹਾਲਾਤ ਨੇ ਔਰ ਪੜਿਆਰਾਂ ਦੇ ਕੀ ਮਸਲੇ ਨੇ, ਇਹ ਕੋਸ਼ਿਸ਼ ਕੀਤੀ ਗਈ ਹੈ। ਔਰ ਇਹਦੇ ਵਿੱਚ ਵੱਖ-ਵੱਖ ਜਿਹੜੇ ਪੱਖ ਨੇ, ਯਾਨੀ ਇਨਸਾਨ ਦੇ ਵਿੱਚ ਜਿਹੜੇ ਹਾਲਾਤ ਨੇ, ਜਜ਼ਬਾਤ ਨੇ, ਉਹਦੇ ਮੁਤਾਬਿਕ ਉਹ ਕਿਵੇਂ ਆਪਣੇ ਆਪ ਨੂੰ ਉਹਦੇ ਨਾਲ ਢਾਲਦਾ ਹੈ ਔਰ ਆਖਰੀ ਵੇਲੇ ਉਹਦਾ ਕੀ ਸੋਚ ਹੈ। ਕਹਾਣੀ ਦੇ ਵਿੱਚ ਫਲੈਸ਼ਬੈਕ 'ਚ ਵੀ ਕਹਾਣੀ ਚੱਲਦੀ ਹੈ, ਸਟ੍ਰੀਮ ਆਫ ਕੌਨਸ਼ੀਅਸਨੈਸ, ਤਜਰਬੇ ਜਿਹੜੇ ਨਵੇਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਤੁਸੀਂ ਸਾਰੇ ਪੜ੍ਹੋਗੇ ਤੇ ਉਹਦੇ ਵਿੱਚ ਦੇਖੋਗੇ ਕਿ ਮੈਂ ਕਿਸ ਹੱਦ ਤੱਕ ਕਾਮਯਾਬ ਰਿਹਾ ਹਾਂ। ਅੱਛਾ, ਯਾਨੀ ਕਿ ਪ੍ਰੋਫੈਸਰ ਦੇ ਵਿੱਚ ਤੁਸੀਂ ਅਲਾਮਤ ਨਹੀਂ, ਇੱਕ ਪ੍ਰੋਫੈਸਰ ਦੀ ਜ਼ਿੰਦਗੀ ਔਰ ਜਿਨ੍ਹਾਂ ਦੇ ਦੁਆਲੇ ਉਹ ਘੁੰਮਦਾ ਹੈ, ਜਿਹੜੇ ਲੋਕ ਉਹਦੇ ਦੁਆਲੇ ਘੁੰਮਦੇ ਨੇ ਜੀ, ਉਹਦਾ ਮਹਿਵਰ, ਉਹਦੇ ਦੁਆਲੇ, ਉਹਦੇ ਨਾਲ ਜੁੜੇ ਹੋਏ, ਉਹਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਲੋਕ, ਉਹਨੂੰ ਬਿਆਨ ਕੀਤਾ। ਜੀ ਹਾਂਜੀ, ਠੀਕ ਹੋ ਗਿਆ। ਕਈ ਕਹਾਣੀਆਂ ਨੂੰ ਮੈਂ ਇੱਕ ਕਹਾਣੀ ਦੇ ਨਾਲ ਜੋੜਿਆ ਔਰ ਇੱਕ ਕਹਾਣੀ ਨੂੰ ਕਈ ਕਹਾਣੀਆਂ ਦੇ ਨਾਲ ਉਸ ਨੂੰ ਨਵੇਂ ਰੰਗ 'ਚ ਜਿਹੜਾ ਬਿਆਨ ਕਰਨ ਦੇ। ਡਾਕਟਰ ਸਾਹਿਬ ਇਹ ਦੱਸੋ ਕਿ ਪੰਜਾਬੀ ਕਹਾਣੀ ਜਿਹੜੀ ਹੈ ਉਹਦੇ ਉੱਤੇ ਕੋਈ ਤਨਕੀਦੀ ਕੰਮ ਵੀ ਹੋਇਆ? ਜੀ, ਪੰਜਾਬੀ ਕਹਾਣੀ ਦੇ ਉੱਤੇ ਤਨਕੀਦੀ ਕੰਮ ਬਹੁਤ ਘੱਟ ਹੋਇਆ। ਵੱਖ-ਵੱਖ ਥੋੜੇ ਬਹੁਤ ਲੇਖ ਜਿਹੜੇ ਨੇ ਉਹ ਮਿਲਦੇ ਨੇ। ਮੈਂ ਇੱਕ ਕਿਤਾਬ ਲਿਖੀ 1947 ਤੋਂ ਲੈ ਕੇ 2018 ਤੱਕ ਦੀ ਜਿਹੜੀਆਂ ਕਹਾਣੀਆਂ ਨੇ, ਕਹਾਣੀ ਪਰਾਗੇ ਨੇ, ਉਹਦੇ ਹਵਾਲੇ ਨਾਲ ਉਹਨਾਂ ਤੇ ਤਨਕੀਦ ਜਿਹੜੀ ਲਿਖੀ ਔਰ ਕੋਸ਼ਿਸ਼ ਕੀਤੀ ਕਿ ਉਹਦੇ 'ਚ ਸਾਰਿਆਂ ਨੂੰ ਕਵਰ ਕੀਤਾ ਜਾਏ, ਲੇਕਿਨ ਜਿਹੜੇ ਫੁਟਕਲ ਲਿਖਣ ਵਾਲੇ, ਕਹਾਣੀ ਲਿਖਣ ਵਾਲੇ, ਉਹ ਉਹਨਾਂ ਦੇ ਵਿੱਚ ਨਹੀਂ ਆ ਸਕੇ। ਲੇਕਿਨ ਸਿਰਫ ਕਹਾਣੀ ਪਰਾਗੇ ਜਿਹੜੇ ਨੇ ਉਹ ਲਿਖੇ। ਤਨਕੀਦ ਦੀ ਜੇ ਤੁਸੀਂ ਗੱਲ ਛੜੀ ਤੇ ਸਾਡੇ ਇੱਥੇ ਹਲੇ ਪੰਜਾਬੀ ਜਿਹੜਾ ਕਹਾਣੀਕਾਰ ਹੈ ਜਾਂ ਪੰਜਾਬੀ ਸ਼ਾਇਰ ਹੈ ਜਾਂ ਜਿਹੜਾ ਪੰਜਾਬੀ ਨਾਵਲਿਸਟ ਹੈ ਜਾਂ ਕਿਸੇ ਵੀ ਖੇਤਰ ਨਾਲੇ, ਉਹਦੇ ਵਾਸਤੇ ਪੰਜਾਬੀ ਤਨਕੀਦ ਨੂੰ ਬਰਦਾਸ਼ਤ ਕਰਨਾ ਜਾਂ ਤਨਕੀਸ ਨੂੰ ਬਰਦਾਸ਼ਤ ਕਰਨਾ ਬਹੁਤ, ਕਿਉਂਕਿ ਹਲੇ ਤਰਬੀਅਤੀ ਜਿਹੜਾ ਉਹ ਦੌਰ ਤੇ ਆ। ਔਰ ਅੱਜ ਅਗਰ ਕਿਸੇ ਦੀ ਕਹਾਣੀ ਦੇ ਬਾਰੇ, ਕਿਸੇ ਦੇ ਜਿਹੜੇ ਨੇ ਕਹਾਣੀ ਪਰਾਗੇ ਦੇ ਹਵਾਲੇ ਨਾਲ ਕੋਈ ਹਲਕੀ ਜਿਹੀ ਗੱਲ ਉਹਦੀ ਤਾਰੀਫ ਦੀ ਬਜਾਏ ਕਰਤੀ ਜਾਏ ਤੇ ਉਹ ਤੁਹਾਡਾ ਦੁਸ਼ਮਨ ਹੋ ਜਾਂਦਾ ਹੈ। ਮੇਰਾ ਖਿਆਲ ਹੈ ਡਾਕਟਰ ਸਾਹਿਬ ਪੰਜਾਬੀ ਨਕਾਦ ਇਸ ਵਾਸਤੇ ਕਹਾਣੀ ਦੇ ਉੱਤੇ ਤਨਕੀਦ ਨਹੀਂ ਕਰਦਾ ਪਿਆ ਕਿ ਉਹ ਆਂਦਾ ਕਿ ਕਹਾਣੀ ਲਿਖੀ ਜਾਵੇ। ਵੇਖੋ, ਕਿਸੇ ਦੌਰ 'ਚ ਪੰਜਾਬੀ ਗਜ਼ਲ ਤੇ ਵੀ ਤਨਕੀਦ ਨਹੀਂ ਸੀ ਹੁੰਦੀ, ਪਰ ਜਦੋਂ ਲਿਖਣ ਵਾਲੇ ਬਹੁਤ ਸਾਰੇ ਹੋ ਗਏ, ਸ਼ਹਿਰਾਂ ਦੇ ਵਿੱਚ ਇੰਨੇ ਲੋਕ ਸ਼ਾਇਰੀ ਲਿਖਣ ਵਾਲੇ, ਪੰਜਾਬੀ ਦੀ ਗਜ਼ਲ ਲਿਖਣ ਵਾਲੇ, ਨਜ਼ਮ ਲਿਖਣ ਵਾਲੇ ਹੋ ਗਏ, ਫਿਰ ਬਕਾਇਦਾ ਉਹਦੇ ਤੇ ਤਨਕੀਦ ਕੀਤੀ ਜਾਣ ਲੱਗ ਪਈ।
ਔਰ ਹੁਣ ਕੁਝ ਲੋਕ ਜਿਹੜੇ ਨੇ ਉਹ ਪੰਜਾਬੀ ਗਜ਼ਲ ਤੋਂ ਹਟ ਕੇ ਨਸਰ ਵੱਲ ਆ ਰਹੇ ਨੇ। ਸਾਡੀ ਗੱਲਬਾਤ ਇਸ ਹਵਾਲੇ ਨਾਲ ਜਾਰੀ ਰਹੇਗੀ। ਇੱਕ ਨਿੱਕਾ ਜਿਹਾ ਵਕਫਾ ਲੈਂਦੇ ਹਾਂ। रग्स यह है पहचान गुजरांवाला की। मैं राना उमर स्टोर की ग्रॉसरी पे आई हुई हूँ। ये एक बहुत ही अच्छा स्टोर है, यहाँ से तमाम ज़रूरत की अशिया मिल जाती हैं और मैं चाहूँगी कि इसकी और भी ब्रांचेज इंक्रीज हों। गुजरांवाला के लिए बहुत ही बेहतरीन है। अच्छा है कि सारी चीज़ें जो है ये की जो है डोर स्टेप में सारी चीज़ें मिल जाती हैं, रेट भी ठीक है, मुनासिब है मार्केट के हिसाब से, तो अच्छा है कि एक जगह, लेकिन एक मजीद ब्रांचेज होनी चाहिए। शॉपिंग का मजा तो राना उमर के स्टोर से ही आता है, क्योंकि यहाँ पर जो चीज़ों का म्यार है वो पूरे शहर में उस तरह का म्यार हमें नहीं मिलता। यहाँ पे हर चीज़ मिल जाती है और हम आपको भी मशवरा देते हैं कि आप यहाँ पे शॉपिंग के लिए आए। 15 सालों से हमारा राना उमर जनरल स्टोर के साथ ताल्लुक़ है और इनकी क्वालिटी और हर चीज़ में हमें सेटिस्फाइड रहते हैं और प्राइस अच्छे हैं इनके। मैं राना उमर की कस्टमर हूँ, मैं हर मंथ यहाँ से ग्रोसरी करती हूँ। बहुत ही अच्छा स्टोर है ये, यानी कि हर चीज़ यहाँ से अवेलेबल हमें होती है। हम जब भी आते हैं राना उमर जनरल स्टोर पर ही आते हैं। मैं दूसरों को भी कहूँगी, सबको कहूँगी कि राना उमर जनरल स्टोर पर ही आएँ, इधर सब कुछ मिल जाता है। इजी भी रहता है, हमारे करीब है और बहुत अच्छी शॉपिंग है और सबसे बड़ी बात ये हर चीज़ यहाँ रिजनेबल है। गुज़िश्ता 27 साल से शहरियों के एतमाद ने साबित किया कि हम उनकी तवक्कुआत और ज़रूरतों को बेहतर जानते हैं। यहाँ पर मिलने वाली तमाम अशिया मसलन सब्जी, दालें, चावल, घी, मसाला जात, ड्राई फ्रूट्स, हलवा जात, बेकरी, क्रॉकरी, कॉस्मेटिक्स, अंडरगारमेंट्स, खिलौने, स्टेशनरी, फ्रोजन फूड्स, मशरूबात और दीगर अशिया क्वालिटी और मयार के एतबार से अपना मुनफरद मुकाम रखती हैं और वो भी इंतहाई मुनासिब कीमत के साथ। तो अभी अपने करीबी स्टोर पर विजिट कीजिए। राना उमर ग्रुप ऑफ सर्विसेज, मयार पर कोई समझौता नहीं। ਵਕਫੇ ਤੋਂ ਬਾਅਦ ਡਾਕਟਰ ਕਰਾਮਤ ਮੁਗਲ ਸਾਡੇ ਨਾਲ ਨੇ। ਕਹਾਣੀ ਕਿੱਥੋਂ ਟੁਰੀ ਤੇ ਕਿੱਥੇ ਅਪੜ ਗਈ ਹੈ? ਡਾਕਟਰ ਸਾਹਿਬ, ਜਦੀਦ ਤਰੀਨ ਕਹਾਣੀ, ਪਿਛਲੇ 10 ਵਰ੍ਹਿਆਂ ਦੀ ਕਹਾਣੀ, ਸਿਰਫ ਅਸੀਂ ਇਸ ਹਵਾਲੇ ਨਾਲ ਗੱਲ ਕਰਾਂਗੇ ਕਿ ਕਿਆ ਇਹ ਪਿਛਲੇ 10 ਵਰ੍ਹਿਆਂ ਦੀ ਕਹਾਣੀ, ਜਦੀਦ ਤਰੀਨ ਕਹਾਣੀ, ਅੱਜ ਦੀ ਕਹਾਣੀ, ਜਿਹੜੇ ਦੌਰ 'ਚ, ਜਿਹੜੇ ਅੱਜ ਵਿੱਚ ਅਸੀਂ ਬੈਠੇ ਹਾਂ, ਕਿਆ ਇਹ ਕਹਾਣੀ ਅੱਜ ਦੀ ਨਸਲ ਵਾਸਤੇ ਲਿਖੀ ਜਾ ਰਹੀ ਹੈ ਜਾਂ ਆਉਣ ਵਾਲੀ ਨਸਲ ਵਾਸਤੇ ਲਿਖੀ ਜਾ ਰਹੀ ਹੈ? ਅੱਜ ਦਾ ਦੌਰ ਬਹੁਤ ਤੇਜ਼ ਦੌਰ ਹੈ, ਯਾਨੀ ਕਿ ਜਿਵੇਂ ਬਲਿੰਕ ਕਰਦੀਆਂ ਪਈਆਂ ਚੀਜ਼ਾਂ ਲਮਹੇ ਦੇ ਵਿੱਚ ਹੀ ਬਦਲ ਰਹੀਆਂ ਨੇ ਔਰ ਪੂਰੀ ਦੁਨੀਆ ਦਾ ਮੰਜ਼ਰਨਾਮਾ ਜਿਹੜਾ ਹੈ ਬਦਲ ਰਿਹਾ ਹੈ। ਪੰਜਾਬੀ ਕਹਾਣੀਕਾਰ ਸਿਰਫ ਇਸ ਪੰਜਾਬ 'ਚ ਹੀ ਨਹੀਂ ਵਸ ਰਿਹਾ, ਉਹ ਪੂਰੀ ਦੁਨੀਆ ਦੇ ਵਿੱਚ ਵੀ ਖਿਲਿਆ ਹੋਇਆ। ਇੱਕ ਇੰਡੀਆ ਦਾ ਪੰਜਾਬ, ਇੱਕ ਸਾਡਾ ਪੰਜਾਬ ਹੈ, ਇੱਕ ਪੂਰੀ ਦੁਨੀਆ ਦੇ ਪੰਜਾਬ ਵਿੱਚ ਖਿਲਿਆ। ਮੈਂ ਸਮਝਦਾ ਕਿ ਇੰਡੀਆ ਦਾ ਪੰਜਾਬ, ਇੱਕ ਪਾਕਿਸਤਾਨ ਦਾ ਪੰਜਾਬ, ਸਾਡਾ ਇੱਕ ਤੀਸਰਾ ਪੰਜਾਬ ਤੇ ਫਿਰ ਇੱਕ ਚੌਥਾ ਪੰਜਾਬ ਜਿਹੜਾ ਪੂਰੀ ਦੁਨੀਆ ਸਾਡਾ ਪੂਰੀ ਦੁਨੀਆ 'ਚ। ਹਾਂਜੀ, ਔਰ ਉਹ ਜਿਹੜੇ ਪੰਜਾਬੀ ਨੇ ਉਹ ਇੱਥੋਂ ਦੇ ਹੀ ਪੰਜਾਬੀ ਨੇ, ਉਹ ਜਿਹੜੇ ਇਸ ਧਰਤੀ ਦੇ ਨਾਲ ਵੀ ਜੁੜੇ ਨੇ, ਉਹ ਸਾਰੇ ਦੁਨੀਆ ਨੂੰ ਵੇਖ ਰਹੇ ਨੇ। ਜਿਵੇਂ ਕਿ ਅਸੀਂ ਪਹਿਲੇ ਗੱਲ ਕੀਤੀ ਕਿ ਇੱਕ ਕਲਿੱਕ ਦੀ ਦੂਰੀ ਦੇ ਉੱਤੇ ਸਾਰੀ ਦੁਨੀਆ ਅੱਜ ਬੈਠੀ ਹੈ। ਇਹਦੇ ਨਾਲ ਇਨਸਾਨ ਦੇ ਵਿੱਚ ਜਿੱਥੇ ਤੇਜ਼ੀ ਆਈ ਉੱਥੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ। ਲਿਖਣ ਦਾ ਸਟਾਈਲ ਜਿਹੜਾ ਉਹ ਬਦਲ ਗਿਆ, ਨਵੀਆਂ ਚੀਜ਼ਾਂ ਆ ਗਈਆਂ, ਨਵੇਂ ਮੌਜੂ ਆ ਗਏ। ਮੁਦੱਸਰ ਬਸ਼ੀਰ ਹੋਰਾਂ ਦੀ ਪਿਛਲੇ ਦਿਨਾਂ 'ਚ ਬਹੁਤ ਸੋਹਣੀ ਕਹਾਣੀ ਜਿਹੜੀ ਉਹ ਬੈਟਰੀ ਆਈ ਔਰ ਉਹ ਮੋਬਾਈਲ ਦੇ ਹਵਾਲੇ ਨਾਲ ਸੀ। ਮੋਬਾਈਲ ਦੇ ਉੱਤੇ ਜਿਵੇਂ ਤਾਲੁਕਾਤ ਬਣਾਏ ਜਾ ਰਹੇ ਨੇ, ਜਜ਼ਬਾਤ ਸਾਂਝੇ ਕੀਤੇ ਜਾ ਰਹੇ ਨੇ, ਜਾਂ ਫਿਰ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਸੁਗਰਾ ਸਦਫ ਹੋਰਾਂ ਨੇ ਬੜੀ ਇੱਕ ਬਹੁਤ ਵਧੀਆ ਕਹਾਣੀ ਲਿਖੀ। ਇਸੇ ਤਰ੍ਹਾਂ ਕਈ ਕਹਾਣੀਆਂ ਜਿਹੜੀਆਂ ਨੇ ਉਹ ਨਵੇਂ ਰੰਗ ਦੇ ਨਾਲ ਆ ਰਹੀਆਂ ਨੇ। ਠੀਕ, ਨਾਲ ਨਾਲ ਜੇ ਅਸੀਂ ਵੇਖੀਏ ਆਖਰੀ ਜਿਹੜਾ 10 ਸਾਲ ਦੀ ਜਿਹੜੀ ਕਹਾਣੀ ਹੈ, ਇਹਦੇ ਵਿੱਚ ਇੱਕੋ ਕਹਾਣੀਕਾਰ ਜਿਹੜਾ ਹਰ ਸਾਲ ਕਹਾਣੀ ਪਰਾਗਾ ਜਿਹਦਾ ਆ ਰਿਹਾ ਹੈ ਉਹ ਹੈ ਅਲੀ ਅਨਵਰ ਅਹਿਮਦ, ਜਿਨ੍ਹਾਂ ਦਾ ਹਰ ਸਾਲ ਇੱਕ ਕਹਾਣੀ ਪਰਾਗਾ ਜਿਹੜਾ ਹੈ ਉਹ ਆ ਜਾਂਦਾ ਹੈ। ਔਰ ਉਹਨਾਂ ਦੇ ਨਾਲ ਨਾਲ ਨੈਣ ਸੁਖ, ਜ਼ੁਬੈਰ ਅਹਿਮਦ, ਮੁਦੱਸਰ ਅਹਿਮਦ ਬਸ਼ੀਰ, ਸੁਗਰਾ ਸਦਫ, ਰਾਏ ਮੁਹੰਮਦ ਨਾਸਰ ਹੋਣਾ ਦੀ ਕਹਾਣੀ ਜਿਹੜੀ ਹੈ ਉਹ ਆਈ। ਪਿਛਲੇ ਸਾਲ ਦੇ ਜਿਹੜੀਆਂ ਕਹਾਣੀ ਪਰਾਗੇ ਜਿਹੜੇ ਆਏ ਉਹਦੇ ਵਿੱਚ ਰਾਏ ਨਾਸਰ ਹੋਰਾਂ ਦਾ ਕਹਾਣੀ ਪਰਾਗਾ ਮੂਰਤਾਂ, ਸਾਬਰ ਅਲੀ ਸਾਬਰ ਦਾ ਕਹਾਣੀ ਪਰਾਗਾ ਭੁੱਖ, ਔਰ ਫਿਰ ਡਾਕਟਰ ਇਬਰਾਰ ਦਾ ਜਿਹੜਾ ਕਹਾਣੀ ਪਰਾਗਾ ਉਡੀਕ ਦੇ ਨਾਂ ਨਾਲ ਛਪਿਆ। ਇਸੇ ਤਰ੍ਹਾਂ ਅਲੀ ਅਨਵਰ ਅਹਿਮਦ ਦਾ ਸੁਫਨੇ ਦਾ ਕੈਦੀ ਕਹਾਣੀ ਪਰਾਗਾ ਛਪਿਆ। ਨੈਣ ਸੁਖ ਦਾ ਜੋਗੀ ਸਪਤਰਾ ਇੱਕ ਕਹਾਣੀ ਪਰਾਗਾ ਜਿਹੜਾ ਉਹ ਛਪਿਆ। ਨਾਵਲ ਜਿਹੜੇ ਨੇ ਉਹ ਇੱਕ ਨਾਵਲ ਜਿਹੜਾ ਆਇਆ
ਅਯੂਬ ਸੰਗਿਆ ਉਹਨਾਂ ਦਾ ਨਾਵਲ ਜੇਲਮ ਵਾਲੀ ਸਾਈਡ ਤੋਂ ਉਹਨਾਂ ਦੇ ਨਾਵਲ ਲਿਖਿਆ, ਔਰ ਨਾਵਲਟ ਜਿਹੜਾ ਰੇਖ ਮੁਦੱਸਰ ਬਸ਼ੀਰ ਉਹਨਾਂ ਦਾ ਨਾਵਲਟ ਜਿਹੜਾ ਆਇਆ ਰੇਖ, ਇਹ ਕਹਾਣੀ ਜਿਹੜੀ ਹੈ ਉਹ ਜਿਹੜੀ ਇਸ ਕਹਾਣੀ ਦੇ ਵਿੱਚ ਨਵਾਂਪਨ ਕੀ ਆਇਆ ਪੰਜਾਬੀ ਦਾ ਕਿ ਲੋਕਾਂ ਨੇ ਉਹ ਕਹਾਣੀਆਂ ਲਿਖੀਆਂ ਜਿਹੜਾ ਅੱਜ ਦਾ ਘਰ ਹੀ ਪੜ੍ਹਨਾ ਚਾਹ ਰਿਹਾ ਹੈ, ਔਰ ਉਹਦੇ ਵਿੱਚ ਅੱਜ ਦੇ ਵੇਲੇ ਦੀ ਗੱਲ ਹੈ, ਔਰ ਉਹ ਵਸੋਂ ਨਜ਼ਰ ਆਉਂਦੀ ਹੈ ਕਿ ਜਿਹੜੀ ਸਾਡੇ ਆਲ ਦੁਆਲੇ ਦੇ ਵਿੱਚ ਮੌਜੂਦ ਹੈ, ਔਰ ਉਹੀ ਮੌਜੂ ਨੇ ਜਿਹੜੇ ਆਲ ਦੁਆਲੇ ਦੇ ਵਿੱਚ ਜਿਹੜੇ ਮਸਲੇ ਨੇ, ਆਲ ਦੁਆਲੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ, ਆਲ ਦੁਆਲੇ ਜਿਵੇਂ ਹਾਲਾਤ ਬਦਲ ਰਹੇ ਨੇ, ਉਹ ਸਾਰੀਆਂ ਚੀਜ਼ਾਂ ਇਸ ਨਵੇਂ ਕਹਾਣੀਕਾਰ ਜਿਹੜੇ ਨੇ ਉਸ ਨੂੰ ਮਹਿਸੂਸ ਕਰਦੇ ਨੇ ਔਰ ਉਸ ਨੂੰ ਆਪਣੀਆਂ ਕਹਾਣੀਆਂ ਦੇ ਵਿੱਚ। ਤੁਹਾਡਾ ਖਿਆਲ ਹੈ ਕਿ ਵੇਲਾ ਬਦਲ ਦੇ ਨਾਲ ਕਹਾਣੀ ਬਦਲ ਰਹੀ ਹੈ? ਜੀ ਬਹੁਤ ਜ਼ਿਆਦਾ। ਤੁਹਾਡੀ ਕਹਾਣੀ ਵੀ ਬਦਲ ਰਹੀ ਹੈ? ਜੀ ਕੋਸ਼ਿਸ਼ ਤੇ ਕੀਤੀ ਸੀ ਕਿ ਜਿਹੜੀ 2003 ਚ ਜਿਹੜੀ ਕਹਾਣੀ ਲਿਖੀ ਉਹ ਅੱਜ ਮੈਂ ਅਗਰ ਦੇਖਣਾ ਵਾ 2003 ਦੇ ਵਿੱਚ ਹਾਲਾਤ ਜਿਹੜੇ ਉਹ ਕੁਝ ਹੋਰ ਸਨ, ਹੁਣ ਦਾ ਹਾਲਾਤ ਜਿਹੜਾ ਹੋਰ ਹੈ, ਕਿਉਂਕਿ ਉਹਦੇ ਵਿੱਚ ਹੁਣ ਜਿਹੜਾ ਅੱਜ ਦਾ ਜਿਹੜਾ ਕਹਾਣੀਕਾਰ ਹੈ ਉਹ ਆਪਣੇ ਵੇਲੇ ਦੇ ਆਲ ਦੁਆਲ ਨੂੰ ਜ਼ਰੂਰ ਜੇ ਨਹੀਂ ਬਿਆਨ ਕਰਦਾ ਤੇ ਉਹ ਕਹਾਣੀ ਦੀ ਕਈ ਜਿਹੜੀਆਂ ਚੀਜ਼ਾਂ ਜਿਹੜੀਆਂ ਮਿਸ ਕਰ ਦਿੰਦਾ ਹੈ। ਹੁਣ ਕਹਾਣੀ ਦਾ ਜਿਹੜਾ ਕਿਰਦਾਰ ਹੈ ਉਹ ਅਗਰ ਇਸ ਸਮਾਜ ਵਿੱਚ ਰਹਿ ਰਿਹਾ ਹੈ ਤੇ ਉਹ ਇਸ ਸਮਾਜ ਦੀਆਂ ਜਿਹੜੀਆਂ ਗੱਲਾਂ ਕਰਦਾ ਹੈ, ਇਸ ਸਮਾਜ ਦੇ ਲੋਕਾਂ ਨਾਲ ਮਿਲਦਾ ਹੈ, ਸਮਾਜ ਦੇ ਵਿੱਚ ਉਹਦਾ ਵਰਤਾਰਾ ਵੇਖਦਾ ਲੋਕਾਂ ਦੇ ਵਿੱਚ ਮੁਨਾਫਕਤ ਕਿਵੇਂ ਆ ਰਹੀ ਹੈ, ਲੋਕਾਂ ਦੇ ਵਿੱਚ ਨਫ਼ਰਤ ਕਿਵੇਂ ਆ ਰਹੀ, ਕ੍ਰੋਧ ਕਿਵੇਂ ਆ ਰਹੀ, ਸ਼ਿੱਦਤ ਪਸੰਦੀ ਕਿਵੇਂ ਆ ਰਹੀ ਹੈ, ਔਰ ਇਸ ਦਾ ਉਪਾਅ ਕੀ ਉਹ ਸਾਰੀ ਚੀਜ਼ਾਂ ਉਹਨੂੰ ਨਜ਼ਰ ਆਉਂਦੀਆਂ ਨੇ ਔਰ ਉਹ ਇਸ ਨੂੰ ਮੌਜੂ ਬਣਾਉਂਦਾ ਹੈ। ਔਰ ਕਹਾਣੀ ਲਿਖਣ ਤੋਂ ਬਾਅਦ ਕਹਾਣੀ ਕਿਸੇ ਨੂੰ ਵਿਖਾਉਂਦੇ ਹੋ? ਕਹਾਣੀ ਜਿਹੜੀ ਆਪਣੇ ਦੋਸਤਾਂ ਨਾਲ ਡਿਸਕਸ ਕਰੀਦੀ ਹੈ ਕਹਾਣੀ ਜਿਹੜੇ ਨੇ ਤਾਂ ਕਿ ਉਹ ਦੇਖਣ, ਕਈ ਦਫਾ ਮਸ਼ਵਰੇ ਐਸੇ ਮਿਲ ਜਾਂਦੇ ਨੇ, ਕਹਾਣੀ ਦੇ ਅਖੀਰ ਨੂੰ ਕੋਈ ਇੱਕ ਲਾਈਨ ਵੀ ਤੁਹਾਨੂੰ ਪੂਰੀ ਦੀ ਪੂਰੀ ਕਹਾਣੀ ਬਦਲ ਦਿੰਦੀ ਹੈ। ਕਹਾਣੀ ਦਾ ਜਿਹੜਾ ਕਹਾਣੀਪਨ ਹੈ ਉਹ ਇੱਕ ਦੂਜੇ ਨਾਲ ਮਸ਼ਵਰਾ ਕਰੀਦਾ ਹੈ। ਕਹਾਣੀ 'ਚ ਤੁਹਾਡਾ ਕੋਈ ਉਸਤਾਦ ਵੀ ਹੈ? ਜਮੀਲ ਅਹਿਮਦ ਪਾਲ ਹੋਰਾਂ ਨੂੰ ਮੈਂ ਆਪਣਾ ਉਸਤਾਦ ਮੰਨਦਾ ਵਾਂ। ਮੈਂ ਉਸ ਤੋਂ ਇਲਾਵਾ ਹਰ ਉਹ ਕਹਾਣੀਕਾਰ ਜਿਹਦੀ ਕਹਾਣੀ ਮੈਂ ਪੜ੍ਹਨਾ ਵਾਂ ਉਹਦੇ ਕਹਾਣੀ ਦੇ ਲਿਖਣ ਦੇ ਤਜਰਬੇ ਤੋਂ ਮੈਂ ਕੁਛ ਨਾ ਕੁਛ ਜ਼ਰੂਰ ਸਿੱਖਣਾ ਵਾਂ। ਤੁਹਾਡਾ ਕੀ ਖਿਆਲ ਹੈ ਜਿਹੜੇ ਲੋਕ ਬੇਮੁਰਸ਼ਦੇ ਹੁੰਦੇ ਨੇ, ਬੇਉਸਤਾਦੇ ਹੁੰਦੇ ਨੇ, ਉਹਨਾਂ ਦੀ ਕਹਾਣੀ ਵੀ ਅਰੂਜ ਫੜਦੀ ਹੈ, ਉਹਨਾਂ ਦੀ ਕਹਾਣੀ ਨੂੰ ਵੀ ਅਰੂਜ ਮਿਲਦਾ ਹੈ, ਉਹ ਵੀ ਸੋਹਣੀ ਕਹਾਣੀ ਲਿਖਦੇ ਨੇ? ਜੀ ਇਹਦੇ ਵਿੱਚ ਵੈਰੀ ਕਰਦੇ ਕੁਛ ਤੇ ਹੁੰਦੇ ਨੇ ਕਿ ਅੱਲਾਹ ਵੱਲੋਂ ਸਿੱਖ ਲੈਂਦੇ ਨੇ, ਯਾਨੀ ਉਹਨਾਂ ਨੇ ਹੋਰ ਕੋਈ ਨਹੀਂ ਮੁਤਾਲਾ ਕਰਦੇ ਨੇ। ਕਈ ਕਹਾਣੀਕਾਰ ਐਸੇ ਨੇ ਬਤੌਰੇ ਜਦੋਂ ਐਡੀਟਰ ਰਵੇਲ ਦੇ ਤੌਰ ਤੇ ਕੰਮ ਕਰਦੇ ਹਾਂ, ਕਈ ਲਿਖਤਾਂ ਐਸੀਆਂ ਆਉਂਦੀਆਂ ਸਨ ਕਿ ਉਹ ਕਹਿੰਦੇ ਸਨ ਇਹ ਕਹਾਣੀ ਹੈ, ਪਰ ਅਸੀਂ ਉਹਨਾਂ ਨੂੰ ਵੇਖ ਕੇ ਕਹਿੰਦੇ ਸੀ ਕਿ ਇਹ ਇਨਸ਼ਾਈਆ ਜਾਂ ਮਜ਼ਮੂਨ ਜਾਂ ਕੁਝ ਹੋਰ ਚੀਜ਼ ਤੇ ਬਣ ਸਕਦੀ ਹੈ, ਪਰ ਕਹਾਣੀ ਨਹੀਂ। ਕਹਾਣੀ ਵਾਸਤੇ ਪੜ੍ਹਨਾ ਪੈਂਦਾ ਹੈ। ਕਹਾਣੀ ਜਿੰਨਾ ਚਿਰ ਘੱਟ ਤੋਂ ਘੱਟ ਤੁਸੀਂ 100 ਕਿਤਾਬ ਨਹੀਂ ਕਹਾਣੀ ਦੀ ਪੜ੍ਹਦੇ ਤੇ ਕਹਾਣੀ ਲਿਖੀ ਨਹੀਂ ਜਾ ਸਕਦੀ। ਜਿਵੇਂ ਸ਼ਾਇਰੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਆਮਦ ਹੈ, ਕਿਆ ਕਹਾਣੀ ਦੀ ਵੀ ਆਮਦ ਹੁੰਦੀ ਹੈ? ਜੇ ਕਹਾਣੀ ਕਈ ਦਫਾ ਤੁਹਾਡੇ ਤੇ ਕਹਾਣੀ ਉਤਰਦੀ ਹੈ ਔਰ ਕਹਾਣੀ ਤੁਹਾਨੂੰ ਆਪਣੇ ਪੂਰੀ ਤਾਕਤ ਦੇ ਨਾਲ ਆ ਕੇ ਕਹਿੰਦੀ ਹੈ ਕਿ ਮੈਨੂੰ ਲਿਖ, ਤੇ ਜਿਹੜੀ ਤਖਲੀਕੀ ਜਜ਼ਬੇ ਨਾਲ। ਲੇਕਿਨ ਜੇ ਕਹਾਣੀ ਅਜਿਹੀ ਹੋਵੇ ਕਿ ਜਿਹਦੇ ਵਿੱਚ ਤੁਸੀਂ ਕੋਈ ਸਿਆਸੀ ਵਾਕਿਆ, ਕੋਈ ਸਮਾਜੀ ਵਾਕਿਆ, ਜੇ ਸਿਰਫ ਵਾਕਿਆਤ ਨੂੰ ਜੇ ਬਿਆਨ ਕਰਨਾ ਤਾਂ ਉਹਦੇ ਚ ਕਹਾਣੀਪਨ ਕਿਧਰੇ ਦੂਰ ਚਲਾ ਜਾਏਗਾ। ਅਕਸਰ ਕਿਹਾ ਜਾਂਦਾ ਹੈ ਕਿ ਮੈਂ ਇਹ ਗਜ਼ਲ ਇੱਕ ਸਿਟਿੰਗ 'ਚ ਲਿਖੀ, ਕਿਆ ਕਦੀ ਇੰਜ ਵੀ ਤੁਹਾਡੇ ਨਾਲ ਹੋਇਆ ਕਿ ਤੁਸੀਂ ਕਹਾਣੀ ਇੱਕ ਸਿਟਿੰਗ 'ਚ ਲਿਖੀ? ਕਹਾਣੀ ਵਾਸਤੇ ਮਿਹਨਤ ਕਰਨੀ ਪੈਂਦੀ। ਕਹਾਣੀ ਅਗਰ ਤੁਸੀਂ ਇੱਕ ਵਾਰੀ ਬਹਿ ਗਏ ਹੋ, ਲਿਖਣ ਬਹਿ ਗਏ ਹੋ, ਤੇ ਹੋ ਸਕਦਾ 10 ਸਫ਼ੇ ਤੁਸੀਂ ਲਿਖ ਲਓ, ਲੇਕਿਨ ਕਹਾਣੀ ਤੁਹਾਡੇ ਕੋਲ ਪਿਛਲੇ ਕਈ ਮਹੀਨਿਆਂ ਤੋਂ, ਕਈ ਦਿਨਾਂ ਤੋਂ, ਕਈ ਰਾਤਾਂ ਤੋਂ ਤੁਹਾਡੇ ਨਾਲ ਉਹ ਜੀ ਰਹੀ ਹੁੰਦੀ ਹੈ। ਮੇਰੇ ਨਾਲ ਕਹਾਣੀ ਦਾ ਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਕਹਾਣੀ ਮੇਰੇ ਨਾਲ ਉੱਠਦੀ, ਬਹਿੰਦੀ, ਖਾਂਦੀ, ਪੀਂਦੀ ਸਾਰੀ ਕਹਾਣੀ, ਔਰ ਕਿਸੇ ਦਿਨ ਉਹਨੇ ਮੈਨੂੰ ਆ ਕੇ ਮੈਨੂੰ ਤੋਣਾ ਫੜ ਕੇ ਕਹਿੰਦੀ ਹੁਣ ਮੈਨੂੰ ਲਿਖ, ਮੁਕੰਮਲ ਕਰ। ਕਿਉਂਕਿ ਜਦੋਂ ਤੁਸੀਂ ਕਹਾਣੀ ਮੁਕੰਮਲ ਕਰਦੇ ਹੋ ਇੰਜ ਲੱਗਦਾ ਜਿਵੇਂ ਤੁਸੀਂ ਕਿਸੇ ਤਰ੍ਹਾਂ ਆਜ਼ਾਦ ਹੋ ਗਏ ਹੋ, ਤੁਸੀਂ ਆਪਣੇ ਆਪ ਨੂੰ ਵੀ ਕਹਾਣੀ ਤੋਂ ਆਜ਼ਾਦ ਕਰ ਲਿਆ ਔਰ ਕਹਾਣੀ ਤੁਹਾਡੇ ਤੋਂ ਵੀ ਆਜ਼ਾਦ ਹੋ ਗਈ ਹੈ। ਤੁਹਾਡਾ ਮਨਪਸੰਦ ਕਹਾਣੀਕਾਰ ਕਿਹੜਾ ਹੈ? ਮਨਪਸੰਦ ਕਹਾਣੀਕਾਰ ਜਿਹੜੇ ਨੇ ਉਹ ਪਾਕਿਸਤਾਨ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਮੈਂ ਫਰਖੰਦਾ ਲੋਧੀ ਹੋਰੀ, ਅਲਿਆਸ ਕੁਮਨ ਹੋਰੀ, ਜਮੀਲ ਅਹਿਮਦ ਪਾਲ ਹੋਰੀ ਕਹਾਣੀ ਜਿਹੜੇ ਨੇ ਔਰ ਮਨਸ਼ਾ ਯਾਦ ਹੋਰੀ ਜਿਹੜੀ ਕਹਾਣੀ ਲਿਖਦੇ ਨੇ ਉਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਵੀ ਮਿਲਦਾ ਔਰ ਨਵੀਆਂ ਚੀਜ਼ਾਂ ਹੁੰਦੀਆਂ ਨੇ। ਕੀ ਖਿਆਲ ਹੈ ਜਿਨ੍ਹਾਂ ਕਹਾਣੀਕਾਰਾਂ ਦਾ ਤੁਸੀਂ ਨਾਂ ਲਿਆ ਹੈ ਇਹ ਅੱਜ ਵੀ ਕਹਾਣੀ ਲਿਖ ਰਹੇ ਨੇ? ਅਲਿਆਸ ਕੁਮਨ ਤੋਂ ਜਿਹੜੇ ਨੇ ਉਹ ਕਹਾਣੀ ਨਹੀਂ ਲਿਖਦੇ ਪਏ, ਉਹਨਾਂ ਦਾ ਕਹਾਣੀ ਪੜਾਗਾ ਬਹੁਤ ਯਾਨੀ ਅੱਜ ਤੋਂ 20 ਸਾਲ ਪਹਿਲੇ ਆਇਆ। ਫਰਖੰਦਾ ਲੋਧੀ ਹੋਰੀ 2010 ਵਿੱਚ ਵਫਾਤ ਪਾ ਚੁੱਕੇ ਨੇ। ਜਮੀਲ ਅਹਿਮਦ ਪਾਲ ਹੋਰੀ ਕਹਾਣੀ ਲਿਖਦੇ ਨੇ, ਉਹਨਾਂ ਦਾ ਨਵੀਂ ਕਹਾਣੀ ਜਿਹੜੀ ਸੀ ਪੈਕ ਦੇ ਹਵਾਲੇ ਨਾਲ ਆਈ, ਸੀ ਪੈਕ ਦੇ ਫਾਇਦੇ, ਮੈਂਡਲ ਦਾ ਕਾਨੂੰਨ, ਉਹ ਲਿਖਦੇ ਰਹਿੰਦੇ ਨੇ, ਉਹ ਨਾਲ ਜੁੜੇ ਰਹਿੰਦੇ ਨੇ। ਜਿਵੇਂ ਤੁਸੀਂ ਜਾਣਦੇ ਹੋ ਉਹ ਪੰਜਾਬੀ ਤਹਿਰੀਕ ਦੇ ਨਾਲ, ਪੰਜਾਬੀ ਅਦਬ ਦੇ ਨਾਲ ਜੁੜੇ ਨੇ ਔਰ ਕਮਿਟਡ ਨੇ, ਦਿਨ ਰਾਤ ਉਹਨਾਂ ਨੇ ਐਸੇ ਹੀ ਖੇਤਰ ਦੇ ਵਿੱਚ ਉਹ ਲਾਏ ਨੇ।
ਤੁਸੀਂ ਕਹਾਣੀ ਦੀ ਆਉਂਦੀ ਪਲਕ ਤੋਂ ਕਿੰਨੇ ਕੁ ਮੁਤਮਈਨ ਹੋ? ਜੀ ਮੈਨੂੰ ਪੰਜਾਬੀ ਕਹਾਣੀ ਤੋਂ ਮੈਂ ਬਹੁਤ ਜ਼ਿਆਦਾ ਮੁਤਮਈਨ ਹਾਂ ਔਰ ਉਮੀਦ ਹੈ ਕਿ ਇਸ ਦੇ ਵਿੱਚ ਨਵੇਂ ਲੋਕ ਆਣਗੇ ਔਰ ਨਵੇਂ ਜਿਹੜਾ ਲਹੂ ਹੈ ਉਹ ਸ਼ਾਮਿਲ ਹੁੰਦਾ ਜਾਏਗਾ ਔਰ ਅਜਿਹਾ ਲਹੂ ਆਏਗਾ ਜਿਹੜੇ ਆਪ ਵੀ ਮਿਹਨਤ ਕਰਨਗੇ, ਕਿਉਂਕਿ ਕਹਾਣੀ ਲਿਖਣਾ ਮਿਹਨਤ ਮੰਗਦੀ ਔਰ ਉਹਦੇ ਵਾਸਤੇ ਕਹਾਣੀ ਦਾ ਮੁਤਾਲਾ, ਕਹਾਣੀਕਾਰੀ ਦੀ ਤਨਕੀਦ, ਕਹਾਣੀਕਾਰੀ ਦੀ ਤਕਨੀਕ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹਦੇ ਵਾਸਤੇ ਮਿਹਨਤੀ ਹੋਣਾ ਵੀ ਜ਼ਰੂਰੀ ਹੈ। ਪੰਜਾਬੀਆਂ ਨੂੰ, ਪੰਜਾਬੀ ਬਾਲਾਂ ਨੂੰ, ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਵੱਲ ਲਿਆਉਣ ਵਾਸਤੇ, ਪੰਜਾਬੀ ਕਹਾਣੀ ਪੜ੍ਹਾਉਣ ਵਾਸਤੇ ਕਹਾਣੀਕਾਰ ਨੂੰ ਕੀ ਕਰਨਾ ਪਏਗਾ? ਪੰਜਾਬੀ ਕਹਾਣੀਕਾਰ ਨੂੰ ਚਾਹੀਦਾ ਹੋਏਗਾ ਸਭ ਤੋਂ ਪਹਿਲੇ ਕਿ ਉਹ ਅਜਿਹੀ ਗੱਲ ਕਰੇ ਜਿਹੜੀ ਉਹ ਪੜ੍ਹਨਾ ਚਾਹੁੰਦੇ ਹੋਣ, ਜਿਹੜੀ ਉਹਨਾਂ ਦੀ ਦਿਲਚਸਪੀ ਹੋਵੇ। ਅਜਿਹੀ ਗੱਲ ਵੀ, ਕੋਈ ਫਲਸਫਾਨਾ ਅਜਿਹੀ ਗੱਲ ਵੀ ਨਾ ਕੀਤੀ ਜਾਏ ਜਿਹੜੀ ਉਹਨਾਂ ਦੀ ਉੱਤੋਂ ਹੀ ਲੰਘ ਜਾਏ, ਜਾਂ ਫਿਰ ਉਹਨਾਂ ਨੂੰ ਉਹ ਗੱਲ ਨਾ ਦੱਸੀ ਜਾਏ ਜਿਹੜੀ 50 ਸਾਲ ਪਹਿਲੇ ਹੋ ਚੁੱਕੀ ਹੈ ਔਰ ਉਹਦੇ ਉਹ ਬਾਰ-ਬਾਰ ਉਹੀ ਗੱਲ ਨਾ ਦੱਸੀ ਜਾਏਗੀ, ਕਿਉਂਕਿ ਹਰ ਜਿਹੜਾ ਹੈ ਉਹ ਲਿਖਾਰੀ ਜੇ ਜੁਗਾਲੀ ਕਰਨ ਲੱਗ ਪਏਗਾ ਆਪਣੀ ਕਹਾਣੀ ਦੇ ਵਿੱਚ ਕਿ ਉਹ ਗੱਲਾਂ ਬਿਆਨ ਕਰਨਾ ਸ਼ੁਰੂ ਕਰ ਦੇਗਾ ਜਿਹੜੀ 50 ਸਾਲ ਪਹਿਲੇ ਦੀ ਰੀਤ ਸੀ, ਰਸਮ ਸੀ, ਰਿਵਾਜ ਸੀ ਔਰ ਅੱਜ ਦੀ ਗੱਲ ਨਹੀਂ ਕਰੇਗਾ। ਅੱਜ ਦੀ ਲਿਖਾਰੀ ਨੂੰ, ਅੱਜ ਦੇ ਬਾਲ ਨੂੰ ਨਾਲ ਜੋੜਨ ਵਾਸਤੇ ਜ਼ਰੂਰੀ ਹੈ ਕਿ ਉਹ ਅੱਜ ਦੀ ਗੱਲ ਕਰੇ, ਉਹਨਾਂ ਨੂੰ ਪਹਿਲੇ ਨਾਲ ਜੋੜੇ ਔਰ ਉਹ ਜ਼ੁਬਾਨ ਲਿਖੇ ਜਿਹੜੀ ਆਵਾਮ ਦੀ ਜ਼ੁਬਾਨ ਹੋਏ, ਕਿਉਂਕਿ ਜੇ ਉਹਨੂੰ ਆਵਾਮ ਨਾਲ ਜੋੜਨਾ ਹੈ, ਜੇ ਉਹਨੂੰ ਲੁਕਾਈ ਦੇ ਨਾਲ ਜੋੜਨਾ ਹੈ ਤੇ ਲੁਕਾਈ ਜੋ ਜ਼ੁਬਾਨ ਬੋਲਦੀ ਹੈ ਉਹ ਲਿਖਣੀ ਜ਼ਰੂਰੀ ਹੋਏਗੀ, ਨਾ ਕਿ ਅਸੀਂ ਕੋਈ ਐਸੀ ਜਨਾਤੀ ਜ਼ੁਬਾਨ ਜਿਹੜੀ ਲਿਖੀ ਹੈ ਕਿ ਜਿਹੜੀ ਪੰਜਾਬੀ ਤੋਂ ਬਾਲਾਂ ਨੂੰ ਦੂਰ ਕਰ ਦੇ, ਕਿਉਂਕਿ ਪਹਿਲੇ ਹੀ ਦੂਰ ਨੇ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਤਾਲੀਮ ਦੀ ਜ਼ੁਬਾਨ ਨਹੀਂ ਬਣਾਏਗੀ ਜਿਹਦੇ ਕਰਕੇ ਪੰਜਾਬੀ ਪੜ੍ਹਨ ਵਾਲੇ ਬਹੁਤ ਘੱਟ ਨੇ। ਪੰਜਾਬੀ ਕਹਾਣੀ ਦੇ ਹਵਾਲੇ ਨਾਲ ਨਵੇਂ ਕਹਾਣੀ ਲਿਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਹੀ ਸੁਨੇਹਾ ਦੇਣਾ ਚਾਹਾਂਗਾ ਕਿ ਪੰਜਾਬੀ ਲਿਖਣ ਵਾਲੇ ਜਿਹੜੇ ਨੇ, ਪੰਜਾਬੀ ਕਹਾਣੀ ਲਿਖਣ ਵਾਲੇ ਨੇ, ਉਹ ਨਵੀਆਂ ਲਿਖਤਾਂ ਜਿਹੜੀਆਂ ਨੇ ਉਹ ਲਾਜ਼ਮੀ ਪੜ੍ਹਨ। ਪੰਜਾਬੀ ਕਹਾਣੀਕਾਰੀ ਦੇ ਮੈਦਾਨ ਵਿੱਚ ਜਿਹੜੀ ਵੀ ਨਵੀਂ ਕਿਤਾਬ ਆਉਂਦੀ, ਕੋਈ ਕਹਾਣੀ ਪਰਾਗਾ ਆਉਂਦਾ ਹੈ ਉਹ ਪੜ੍ਹਨ। ਪੰਜਾਬੀ ਤੋਂ ਇਲਾਵਾ ਹੋਰ ਜ਼ੁਬਾਨਾਂ ਦੇ ਵਿੱਚ ਵੀ ਜੇ ਉਹ ਪੜ੍ਹ ਸਕਦੇ ਨੇ, ਅੰਗਰੇਜ਼ੀ ਦੇ ਵਿੱਚ, ਉਰਦੂ ਦੇ ਵਿੱਚ, ਸਿੰਧੀ ਦੇ ਵਿੱਚ, ਉਹ ਕਹਾਣੀ ਜਿਹੜੀ ਉਹ ਪੜ੍ਹਨ। ਆਪਣੇ ਆਲੇ ਦੁਆਲੇ ਨੂੰ ਸਮਝਣ ਵਾਸਤੇ ਕਹਾਣੀ ਤੋਂ ਵੱਧ ਜਿਹੜਾ ਹੈ ਉਹ ਸੋਹਣਾ ਜ਼ਰੀਆ ਹੋਰ ਕੋਈ ਨਹੀਂ। ਡਾਕਟਰ ਕਰਾਮਤ ਅਲੀ ਮੁਗਲ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਲਾਹੌਰ ਤੋਂ ਪੈਂਡਾ ਕਰਕੇ ਸਾਡੇ ਕੋਲ ਆਏ। ਅਸੀਂ ਤੁਹਾਨੂੰ ਦਿਲ ਦੀਆਂ ਥਾਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਆਖਦੇ ਹਾਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਪੰਜਾਬੀ ਕਹਾਣੀ ਦੇ ਪੰਧ, ਇਹਦੀ ਟੋਰ, ਇਹਦਾ ਇਰਤਕਾ, ਇਹਦੇ ਸਾਡੇ ਪੰਜਾਬ ਦੇ ਵਿੱਚ ਅੱਡੋ-ਅੱਡ ਸ਼ਹਿਰਾਂ ਵਿੱਚ ਬਹਿ ਕੇ ਕਹਾਣੀ ਲਿਖਣ ਵਾਲਿਆਂ ਦੀ ਗੱਲ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੇ ਨਾਂ ਔਰ ਉਹਨਾਂ ਦੇ ਕਹਾਣੀ ਲਿਖਣ ਦਾ ਅੰਦਾਜ਼, ਅਜੋਕੀ ਕਹਾਣੀ ਕਿੱਥੇ ਖਲੋਤੀ ਹੈ, ਕੱਲ ਕਹਾਣੀ ਕਿੱਥੇ ਸੀ, ਆਉਂਦੇ ਸਮੇਂ ਦੇ ਵਿੱਚ ਕਹਾਣੀ ਜਿਹੜੀ ਹੈ ਪੰਜਾਬੀ ਦੇ ਵਿੱਚ ਕਿਹੜੀ ਥਾਂ ਤੇ ਹੋਏਗੀ ਔਰ ਨਵੇਂ ਕਹਾਣੀ ਲਿਖਣ ਵਾਲਿਆਂ ਨੂੰ ਮੁਤਾਰਫ ਕਰਵਾਇਆ, ਉਹਨਾਂ ਦੀ ਕਿਤਾਬਾਂ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ। ਅਸੀਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਸਿਰ ਮੱਥੇ ਤੇ ਜਦੋਂ ਮਰਜ਼ੀ ਆਓ ਔਰ ਮੈਨੂੰ ਪੂਰਾ ਮਾਣ ਹੈ ਕਿ ਸੁਣਨ ਵਾਲਿਆਂ ਨੇ ਪੰਜਾਬੀ ਕਹਾਣੀ ਦੇ ਇਰਤਕਾਈ ਹਵਾਲੇ ਦੇ ਨਾਲ ਇੱਕ ਸਵਾਦ ਮਾਨਿਆ ਹੋਏਗਾ। ਤੁਹਾਡਾ ਬਹੁਤ ਸ਼ੁਕਰੀਆ। चौपाल का वेला खत्म हो गया। धुंध के दौरान ड्राइविंग इंतहाई खतरनाक साबित हो सकती है, लिहाजा बिला जरूरत सफर से गुरेज करें। सड़क सही तौर पर नजर न आने की सूरत में शदीद मुश्किलात दरपेश हो सकती हैं। इस सूरत हाल में आप कैसे मुमकिन बनाएंगे कि खराब मौसम में किसी नाखुशगवार वाकया से बचा जा सके? इन एहतियाती तदबीरों पे अमल करके हादसात से बचा जा सकता है। खराब मौसम या धुंध में जल्दी ना करें। वक्त से पहले अपने सफर का आगाज करें। वाइपर का इस्तेमाल करें ताकि हल्की धुंध शीशों से साफ हो जाए। गाड़ी स्टार्ट करने से पहले अपने साइड शीशे और फ्रंट स्क्रीन साफ कर लें। अगर धुंध की वजह से सड़क सही तौर पे नजर नहीं आ रही तो शीशा खोलना बेहतर है। धुंध में हाई बीम लाइट्स हरगिज़ से इस्तेमाल ना करें। फॉग इतनी ज्यादा हो रही हो जिससे देखने में दुश्वारी पैदा हो रही तो इसकी वजह गाड़ी के अंदर और बाहर के टेम्परेचर में फर्क होता है। ऐसी सूरत हाल में आपको इन बातों पे अमल करना चाहिए। अगर कंट्रोल ऑटोमेटिक है तो डिफोगर के बटन को दबाएं और फ्रेश एयर के बटन को दबाएं। अगर मैनुअल कंट्रोल है तो नॉब डिफोगर पर रखें, फैन को हाई स्पीड पर रखें, फ्रेश एयर मोड पर रखें और एसी ऑन कर दें।